ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਡਾਕਟਰ ਗੁਰਮੀਤ ਪ੍ਰਿਆਤਾ। ਮੈਂ ਤਮੰਨਾ ਕਿਡਨੀ ਕੇਅਰ ਤੇ ਕਿਡਨੀ ਸਪੈਸ਼ਲਿਸਟ ਹਾਂ ਜੋਸ਼ੀ ਹਸਪੀਟਲ ਜਲੰਧਰ ਦੇ ਵਿੱਚ। ਮੈਂ ਪਿਛਲੇ 9 ਸਾਲਾਂ ਤੋਂ ਕਿਡਨੀ ਦੇ ਮਰੀਜ਼ਾਂ ਦੀ ਦੇਖਭਾਲ ਕਰ ਰਹੀ ਹਾਂ ਤੇ ਅੱਜ ਸਾਡੇ ਜਿਹੜਾ ਅੱਜ ਦੀ ਟਾਕ ਦਾ ਵਿਸ਼ਾ ਹੈਗਾ ਹੈ ਡਾਇਲਿਸਿਸ। ਇਹ ਟੌਪਿਕ ਮੈਂ ਇਸ ਲਈ ਚੁਣਿਆ ਹੈ ਕਿਉਂਕਿ ਡਾਇਲਿਸਿਸ ਨੂੰ ਲੈ ਕੇ ਸਾਡੇ ਆਮ ਲੋਕਾਂ ਦੇ ਵਿੱਚ ਬਹੁਤ ਵਹਿਮ ਹੈਗੇ ਆ, ਬਹੁਤ ਡਰ ਆ ਲੋਕਾਂ ਦੇ ਮਨ ਵਿੱਚ। ਤੇ ਅੱਜ ਅਸੀਂ ਇਸ ਚਰਚਾ ਦੇ ਦੌਰਾਨ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਡਾਇਲਿਸਿਸ ਕੀ ਹੁੰਦੀ ਹੈ, ਡਾਇਲਿਸਿਸ ਕਿਉਂ ਕਰਨੀ ਹੁੰਦੀ ਹੈ, ਕਿਹੜੇ ਮਰੀਜ਼ ਆ ਜਿਨ੍ਹਾਂ ਨੂੰ ਡਾਇਲਿਸਿਸ ਦਾ ਫਾਇਦਾ ਹੋ ਸਕਦਾ ਹੈ, ਕਿਹੜੇ ਮਰੀਜ਼ ਆ ਜਿਨ੍ਹਾਂ ਨੂੰ ਡਾਇਲਿਸਿਸ ਦਾ ਫਾਇਦਾ ਨਹੀਂ ਹੋ ਸਕਦਾ, ਤੇ ਡਾਇਲਿਸਿਸ ਦੇ ਇਲਾਵਾ ਸਾਡੇ ਕੋਲ ਹੋਰ ਕੀ ਕੀ ਆਪਸ਼ਨ ਹੈਗੇ ਆ। ਤਾਂ ਸਭ ਤੋਂ ਪਹਿਲਾਂ ਅਸੀਂ ਇਹ ਡਿਸਕਸ ਕਰਾਂਗੇ ਕਿ ਡਾਇਲਿਸਿਸ ਕੀ ਹੁੰਦੀ ਹੈ। ਡਾਇਲਿਸਿਸ ਇੱਕ ਆਰਟੀਫਿਸ਼ੀਅਲ ਤਰੀਕਾ ਆ ਜਿਹਦੇ ਨਾਲ ਅਸੀਂ ਆਪਣੇ ਬਲੱਡ ਦੀ ਸਫਾਈ ਕਰਦੇ ਹਾਂ। ਕੁਦਰਤੀ ਤੌਰ ਤੇ ਸਾਡੇ ਦੋ ਗੁਰਦੇ ਹੁੰਦੇ ਹਨ ਜਿਹੜੇ ਕਿ ਸਾਡੇ ਬਲੱਡ ਦੀ ਸਫਾਈ ਕਰਦੇ ਹਨ। ਪਰ ਜਦੋਂ ਕਿਸੇ ਕਾਰਨ ਇਹ ਗੁਰਦੇ ਆਪਣਾ ਪੂਰਾ ਕੰਮ ਨਾ ਕਰਨ ਤਾਂ ਸਾਡੇ ਸਰੀਰ ਦੇ ਵਿੱਚ ਵੱਧ ਮਾਤਰਾ ਦੇ ਵਿੱਚ ਪਾਣੀ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਪੋਟਾਸ਼ੀਅਮ ਯਾਨੀ ਕਿ ਕਾਲਾ ਨਮਕ ਉਹ ਜੰਮਣਾ ਸ਼ੁਰੂ ਹੋ ਜਾਂਦਾ ਹੈ। ਯੂਰੀਆ ਤੇ ਕ੍ਰੀਏਟਿਨਿਨ ਵਧਣਾ ਸ਼ੁਰੂ ਹੁੰਦਾ ਹੈ। ਇਹ ਸਾਰੇ ਜ਼ਹਿਰੀਲੇ ਪਦਾਰਥ ਹੁੰਦੇ ਹਨ। ਸਰੀਰ ਦੇ ਵਿੱਚ ਜਦੋਂ ਇਹਨਾਂ ਦੀ ਮਾਤਰਾ ਇੱਕ ਲਿਮਿਟ ਤੋਂ ਵੱਧ ਜਾਂਦੀ ਹੈ ਤੇ ਇਹ ਬਾਕੀ ਅੰਗਾਂ ਨੂੰ ਨੁਕਸਾਨ ਕਰ ਸਕਦੇ ਆ ਤੇ ਇੱਕ ਸਟੇਜ ਤੇ ਜਾ ਕੇ ਜਾਨ ਨੂੰ ਖਤਰਾ ਵੀ ਕਰ ਸਕਦੇ ਆ। ਜਦੋਂ ਕਿਡਨੀ ਖਰਾਬ ਹੁੰਦੀ ਆ ਤੇ ਇਹਨਾਂ ਚੀਜ਼ਾਂ ਨੂੰ ਕੰਟਰੋਲ 'ਚ ਕਰਨ ਲਈ ਅਸੀਂ ਡਾਇਲਿਸਿਸ ਦਾ ਇਸਤੇਮਾਲ ਕਰਦੇ ਹਾਂ। ਸੋ ਕਿਸੇ ਨੂੰ ਡਾਇਲਿਸਿਸ ਦੀ ਲੋੜ ਕਦੋਂ ਪੈਂਦੀ ਆ? ਡਾਇਲਿਸਿਸ ਦੀ ਲੋੜ ਉਦੋਂ ਹੁੰਦੀ ਹੈ ਜਦੋਂ ਸਾਡੇ ਗੁਰਦੇ 5 ਤੋਂ 7% ਤੱਕ ਹੀ ਰਹਿ ਜਾਣ। ਇੱਕ ਕਨਸੈਪਟ ਹੁੰਦਾ GFR। ਨਾਰਮਲੀ ਸਾਡਾ GFR 60 ਤੋਂ ਉੱਪਰ ਹੋਣਾ ਚਾਹੀਦਾ ਆ। ਜ਼ਿਆਦਾਤਰ ਮਰੀਜ਼ ਜਿਵੇਂ ਕਿ ਡਾਇਬਟੀਜ਼, ਹਾਈਪਰਟੈਂਸ਼ਨ, ਹਾਰਟ ਦੇ ਪੇਸ਼ੈਂਟ ਜਾਂ ਜਿਹੜੇ ਪੇਸ਼ੈਂਟ ਲੰਬੇ ਸਮੇਂ ਤੋਂ ਪੇਨ ਕਿਲਰ ਦਵਾਈਆਂ ਲੈਂਦੇ ਹੋਣ ਜਾਂ ਕਈਆਂ ਨੂੰ ਫੈਮਿਲੀ ਹਿਸਟਰੀ ਹੁੰਦੀ ਹੈ ਕਿਡਨੀ ਡਿਜ਼ੀਜ਼ ਦੀ, ਇਹ ਉਹ ਪੇਸ਼ੈਂਟ ਹੁੰਦੇ ਜਿਨ੍ਹਾਂ ਨੂੰ ਕਿਡਨੀ ਦੀ ਪ੍ਰੋਬਲਮ ਹੋਣ ਦਾ ਰਿਸਕ ਥੋੜਾ ਜਿਹਾ ਵੱਧ ਹੁੰਦਾ ਹੈ। ਹੌਲੀ ਹੌਲੀ ਕਰਕੇ ਟਾਈਮ ਦੇ ਨਾਲ ਜਦੋਂ ਕਿਡਨੀ ਜ਼ਿਆਦਾ ਵੀਕ ਹੋ ਜਾਂਦੀ ਆ ਫਿਰ ਕੁਝ ਏਦਾਂ ਦੇ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਆ ਜਿਹਦੇ ਨਾਲ ਦਵਾਈਆਂ ਨਾਲ ਹੋਰ ਕੰਮ ਨਹੀਂ ਚਲਾਇਆ ਜਾ ਸਕਦਾ। ਜਿਵੇਂ ਕਿ ਪੇਸ਼ੈਂਟ ਦੀ ਭੁੱਖ ਘੱਟ ਲੱਗਣਾ, ਪੇਸ਼ੈਂਟ ਨੂੰ ਸਾਹ ਦੀ ਤਕਲੀਫ ਹੋਣਾ, ਸਰੀਰ ਦੇ ਵਿੱਚ ਸੋਜਿਸ਼ ਆਉਣਾ, ਕਮਜ਼ੋਰੀ ਆਉਣੀ, ਬਲੱਡ ਘੱਟ ਬਣਨਾ। ਇਹਨੂੰ ਮੈਨੇਜ ਕਰਨ ਲਈ ਤਾਂ ਸਾਨੂੰ ਦਵਾਈਆਂ ਦੇ ਨਾਲ ਨਾਲ ਅਤੇ ਖੁਰਾਕ ਦੇ ਪਰਹੇਜ਼ ਦੇ ਨਾਲ ਨਾਲ ਡਾਇਲਿਸਿਸ ਦੀ ਲੋੜ ਹੁੰਦੀ ਹੈ। ਡਾਇਲਿਸਿਸ ਕਿੱਦਾਂ ਕੀਤੀ ਜਾਂਦੀ ਹੈ? ਡਾਇਲਿਸਿਸ ਕਰਨ ਦੇ ਕੀ ਕੀ ਤਰੀਕੇ ਹਨ? ਡਾਇਲਿਸਿਸ ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਆ। ਇੱਕ ਤਰੀਕਾ ਹੈਗਾ ਹੀਮੋਡਾਇਲਿਸਿਸ, ਜਿਹੜਾ ਕਿ ਅਸੀਂ ਆਮ ਤੌਰ ਤੇ ਜਾਣਦੇ ਹਾਂ, ਜਿਹੜਾ ਅਸੀਂ ਸੁਣਿਆ ਵੀ ਹੁੰਦਾ ਹੈ। ਹੀਮੋਡਾਇਲਿਸਿਸ ਦੇ ਵਿੱਚ ਅਸੀਂ ਪੇਸ਼ੈਂਟ ਦਾ ਬਲੱਡ ਲਈਦਾ ਹੈ ਇੱਕ ਸੂਈ ਦੇ ਥਰੂ, ਮਸ਼ੀਨ ਚੋਂ ਫਿਲਟਰ ਕਰਕੇ ਪੇਸ਼ੈਂਟ ਨੂੰ ਵਾਪਸ ਦੂਜੀ ਸੂਈ ਦੇ ਥਰੂ ਵਾਪਸ ਕਰ ਦਈਦਾ। 4 ਘੰਟੇ ਦਾ ਪ੍ਰੋਸੈਸ ਹੁੰਦਾ ਹੈ ਤੇ ਬਲੱਡ ਦੀ ਪਿਊਰੀਫਿਕੇਸ਼ਨ ਹੋ ਜਾਂਦੀ ਹੈ। ਦੂਸਰਾ ਤਰੀਕਾ ਹੈਗਾ ਪੈਰੀਟੋਨੀਅਲ ਡਾਇਲਿਸਿਸ। ਇਹਦੇ ਬਾਰੇ ਲੋਕਾਂ ਨੂੰ ਥੋੜੀ ਘੱਟ ਜਾਣਕਾਰੀ ਆ ਬਟ ਇਹਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਪੈਰੀਟੋਨੀਅਲ ਡਾਇਲਿਸਿਸ ਦੇ ਵਿੱਚ ਪੇਟ ਦੇ ਵਿੱਚ ਇੱਕ ਛੋਟੀ ਜਿਹੀ ਸਰਜਰੀ ਕਰਕੇ ਪਲਾਸਟਿਕ ਦਾ ਪਾਈਪ ਪਾਇਆ ਜਾਂਦਾ ਜਿਸ ਨੂੰ ਅਸੀਂ ਪੈਰੀਟੋਨੀਅਲ ਡਾਇਲਿਸਿਸ ਕੈਥੇਟਰ ਕਹਿੰਦੇ ਹਾਂ। ਇਹਦੇ ਨਾਲ ਪੇਸ਼ੈਂਟ ਆਪਣੇ ਆਪ ਘਰੇ ਹੀ ਆਪਣੀ ਡਾਇਲਿਸਿਸ ਕਰ ਸਕਦਾ ਹੈ। ਇਹਦੇ ਨਾਲ ਪੇਸ਼ੈਂਟ ਨੂੰ ਡਾਇਲਿਸਿਸ ਸੈਂਟਰ ਹਫਤੇ 'ਚ 2 ਤੋਂ 3 ਵਾਰੀ ਤੱਕ ਜਾਣ ਦੀ ਲੋੜ ਨਹੀਂ ਪੈਂਦੀ। ਸਿਰਫ ਮਹੀਨੇ ਦੇ ਵਿੱਚ ਇੱਕ ਵਾਰੀ ਆਪਣੇ ਬਲੱਡ ਦੀਆਂ ਰਿਪੋਰਟਸ ਲੈ ਕੇ ਕਿਡਨੀ ਸਪੈਸ਼ਲਿਸਟ ਨੂੰ ਮਿਲਣ ਦੀ ਲੋੜ ਹੁੰਦੀ ਹੈ। ਕੀ ਡਾਇਲਿਸਿਸ ਤੋਂ ਛੁੱਟ ਵੀ ਸਾਡੇ ਕੋਲ ਕੋਈ ਹੋਰ ਵਿਕਲਪ ਹਨ? ਡਾਇਲਿਸਿਸ ਤੋਂ ਛੁੱਟ ਸਾਡੇ ਕੋਲ ਦੋ ਹੋਰ ਵਿਕਲਪ ਹਨ। ਇੱਕ ਵਿਕਲਪ ਹੈਗਾ ਹੈ ਟ੍ਰਾਂਸਪਲਾਂਟ। ਟ੍ਰਾਂਸਪਲਾਂਟ ਦਾ ਮਤਲਬ ਹੁੰਦਾ ਹੈ ਗੁਰਦਾ ਪਰਿਵਰਤਨ। ਜੇ ਕਿਸੇ ਪੇਸ਼ੈਂਟ ਦੀ ਫੈਮਿਲੀ ਦੇ ਵਿੱਚ ਜਾਂ ਨੀਅਰ ਐਂਡ ਡੀਅਰ ਦੇ ਵਿੱਚ ਕੋਈ ਬੰਦਾ ਉਹਨਾਂ ਨੂੰ ਕਿਡਨੀ ਡੋਨੇਟ ਕਰ ਸਕੇ ਤਾਂ ਕਿਡਨੀ ਦੇ ਸੰਪੂਰਨ ਕਾਰਜ ਇੱਕ ਨਵੀਂ ਕਿਡਨੀ ਲੈ ਲੈਂਦੀ ਆ। ਇਹਦੇ ਨਾਲ ਮਰੀਜ਼ ਦੀ ਕੁਆਲਿਟੀ ਆਫ ਲਾਈਫ ਵੀ ਬੈਟਰ ਹੋ ਜਾਂਦੀ ਆ। ਜੇ ਦੇਖਿਆ ਜਾਵੇ ਤਾਂ ਟੋਟਲ ਇਲਾਜ ਦਾ ਖਰਚਾ ਵੀ ਘਟ ਜਾਂਦਾ ਹੈ ਤੇ ਪੇਸ਼ੈਂਟ ਦੀ ਲਾਈਫ ਵਿੱਚ ਵੀ ਵਾਧਾ ਹੁੰਦਾ ਹੈ। ਦੂਸਰਾ ਰਸਤਾ ਸਾਡੇ ਕੋਲ ਹੈਗਾ ਕੰਜ਼ਰਵੇਟਿਵ ਕਿਡਨੀ ਮੈਨੇਜਮੈਂਟ। ਕੰਜ਼ਰਵੇਟਿਵ ਕਿਡਨੀ ਮੈਨੇਜਮੈਂਟ ਦਾ ਮਤਲਬ ਹੁੰਦਾ ਹੈ ਕਿ ਅਸੀਂ ਬਿਨਾਂ ਡਾਇਲਿਸਿਸ ਤੋਂ ਖੁਰਾਕ ਦੇ ਪਰਹੇਜ਼ ਦੇ ਨਾਲ ਤੇ ਦਵਾਈਆਂ ਦੇ ਨਾਲ ਮਰੀਜ਼ ਨੂੰ ਮੈਨੇਜ ਕਰਨਾ। ਕੰਜ਼ਰਵੇਟਿਵ ਕਿਡਨੀ ਮੈਨੇਜਮੈਂਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਪੇਸ਼ੈਂਟ ਬਿਲਕੁਲ ਠੀਕ ਹੋ ਜਾਂਦਾ ਹੈ। ਕੰਜ਼ਰਵੇਟਿਵ ਕਿਡਨੀ ਮੈਨੇਜਮੈਂਟ ਦਾ ਮਤਲਬ ਹੈ ਕਿ ਪੇਸ਼ੈਂਟ ਦੇ ਸਿੰਪਟਮਸ ਨੂੰ ਅਸੀਂ ਕੰਟਰੋਲ ਕਰਨਾ ਤਾਂ ਕਿ ਪੇਸ਼ੈਂਟ ਨੂੰ ਜ਼ਿਆਦਾ ਤਕਲੀਫ ਨਾ ਹੋਵੇ। ਇਹ ਉਹਨਾਂ ਮਰੀਜ਼ਾਂ ਲਈ ਇਸਤੇਮਾਲ ਕੀਤਾ ਜਾਂਦਾ ਆ ਜਾਂ ਚੁਣਿਆ ਜਾਂਦਾ ਆ ਜਿਨ੍ਹਾਂ ਦਾ ਸਾਨੂੰ ਪਹਿਲਾਂ ਤੋਂ ਹੀ ਲੱਗਦਾ ਕਿ ਡਾਇਲਿਸਿਸ ਸ਼ੁਰੂ ਕਰਨ ਦੇ ਬਾਅਦ ਵੀ ਪੇਸ਼ੈਂਟ ਦੀ ਕੁਆਲਿਟੀ ਆਫ ਲਾਈਫ ਬਹੁਤੀ ਵਧੀਆ ਨਹੀਂ ਹੋਣੀ। ਫੋਰ ਐਗਜ਼ਾਮਪਲ ਜੇ ਕਿਸੇ ਨੂੰ ਆਲਰੇਡੀ ਅਧਰੰਗ ਦਾ ਅਟੈਕ ਹੋ ਚੁੱਕਾ ਆ, ਲੌਂਗ ਟਰਮ ਤੇ ਪੇਸ਼ੈਂਟ ਬੈੱਡ ਤੇ ਆ, ਕਿਸੇ ਦੀ ਉਮਰ 80 ਸਾਲ ਤੋਂ ਜ਼ਿਆਦਾ ਆ, ਕੋਈ ਐਡਵਾਂਸਡ ਲਿਵਰ ਜਾਂ ਨਿਊਰੋ ਦੀ ਪ੍ਰੋਬਲਮ ਹੈਗੀ ਆ ਜਿਹਦੇ ਕਰਕੇ ਜੇ ਅਸੀਂ ਡਾਇਲਿਸਿਸ ਸ਼ੁਰੂ ਵੀ ਕਰਦੇ ਹਾਂ ਤਾਂ ਇਦਾਂ ਦੇ ਕੇਸਿਸ ਵਿੱਚ ਸਾਨੂੰ ਡਾਇਲਿਸਿਸ ਸ਼ੁਰੂ ਕਰਨ ਤੋਂ ਬਾਅਦ ਵੀ ਰਿਜ਼ਲਟ ਕੇਵਲ 3 ਤੋਂ 6 ਮਹੀਨੇ ਦਾ ਮਿਲਦਾ ਹੈ। ਤੇ ਸਭ ਤੋਂ ਜ਼ਰੂਰੀ ਇਹਦੇ ਵਿੱਚ ਫੈਕਟਰ ਹੈਗਾ ਕਿ ਪੇਸ਼ੈਂਟ ਕੀ ਚਾਹੁੰਦਾ ਹੈ, ਪੇਸ਼ੈਂਟ ਦੇ ਰਿਸੋਰਸਿਸ ਕੀ ਕੀ ਆ
ਤੇ ਪੇਸ਼ੈਂਟ ਕਿੱਦਾਂ ਕੰਫਰਟੇਬਲ ਰਹਿੰਦਾ ਹੈ। ਜਦੋਂ ਅਸੀਂ ਕੋਈ ਵੀ ਟੈਕਨੀਕ ਦਾ ਚੋਣ ਕਰਨਾ ਹੈ ਤਾਂ ਸਾਡੇ ਕੋਲ ਪਹਿਲਾਂ ਉਹਦੀ ਪੂਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਡਾਇਲਿਸਿਸ ਕਿੰਨੀ ਵਾਰੀ ਕਰਨੀ ਪੈਂਦੀ ਹੈ, ਜਿਵੇਂ ਕਿ ਅਸੀਂ ਪਹਿਲਾਂ ਡਿਸਕਸ ਕੀਤਾ ਕਿ ਜਿਹੜੀ ਹੀਮੋਡਾਇਲਿਸਿਸ ਆ ਉਹ ਔਨ ਐਨ ਐਵਰੇਜ ਹਫਤੇ 'ਚ 2 ਤੋਂ 3 ਵਾਰੀ ਕਰਨੀ ਪੈਂਦੀ ਹੈ। ਡਾਇਲਿਸਿਸ ਕਰਨ ਦੇ ਨਾਲ ਗੁਰਦੇ ਠੀਕ ਨਹੀਂ ਹੁੰਦੇ, ਡਾਇਲਿਸਿਸ ਦੇ ਨਾਲ ਸਿਰਫ ਬਲੱਡ ਦੀ ਪਿਊਰੀਫਿਕੇਸ਼ਨ ਹੁੰਦੀ ਹੈ। ਕੁਝ ਕੰਡੀਸ਼ਨਸ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਐਕਿਊਟ ਕਿਡਨੀ ਇੰਜਰੀ ਕਹਿੰਦੇ ਆ, ਜਿਹਦੇ ਵਿੱਚ ਪੇਸ਼ੈਂਟ ਦੇ ਗੁਰਦੇ ਟੈਂਪਰਰੀ ਤੌਰ ਤੇ ਡਾਊਨ ਹੁੰਦੇ ਆ ਤੇ ਜਦੋਂ ਪੇਸ਼ੈਂਟ ਦੇ ਐਕਿਊਟ ਫੈਕਟਰ ਨੂੰ ਅਸੀਂ ਕੰਟਰੋਲ ਕਰੀਦਾ ਤਾਂ ਗੁਰਦੇ ਰਿਕਵਰ ਕਰ ਜਾਂਦੇ ਆ। ਏਦਾਂ ਦੀ ਪੇਸ਼ੈਂਟਸ ਦੀ ਡਾਇਲਿਸਿਸ ਬੰਦ ਹੋ ਜਾਂਦੀ ਹੈ। ਦੂਜੇ ਗਰੁੱਪ ਆਫ ਪੇਸ਼ੈਂਟ ਹੁੰਦੇ ਆ ਜਿੱਦਾਂ ਐਂਡ ਸਟੇਜ ਰੀਨਲ ਡਿਜ਼ੀਜ਼ CKD 5 ਜਿਹਨੂੰ ਕਹਿੰਦੇ ਆ। ਅਕਸਰ ਜਦੋਂ ਇਹਨਾਂ ਮਰੀਜ਼ਾਂ ਨੂੰ ਡਾਇਲਿਸਿਸ ਦੀ ਲੋੜ ਪੈਂਦੀ ਹੈ ਤਾਂ ਡਾਇਲਿਸਿਸ ਲਗਾਤਾਰ ਹੀ ਕਰਨੀ ਪੈਂਦੀ ਹੈ। ਏਦਾਂ ਦੇ ਪੇਸ਼ੈਂਟ ਜੇ ਲਗਾਤਾਰ ਡਾਇਲਿਸਿਸ ਨਾ ਕਰਨ, ਕਿਸੇ ਵੇਲੇ ਵੀ ਆਪਣੀ ਡਾਇਲਿਸਿਸ ਮਿਸ ਕਰਨ ਤਾਂ ਕਈ ਵਾਰੀ ਪੋਟੈਸ਼ੀਅਮ ਵਧਣ ਕਰਕੇ ਜਾਂ ਫੇਫੜਿਆਂ 'ਚ ਪਾਣੀ ਭਰਨ ਕਰਕੇ ਜਾਨ ਨੂੰ ਖਤਰਾ ਹੋ ਸਕਦਾ ਹੈ। ਪੈਰੀਟੋਨੀਅਲ ਡਾਇਲਿਸਿਸ CAPD ਦਿਨ 'ਚ 2 ਤੋਂ 3 ਵਾਰੀ ਕਰਨੀ ਹੁੰਦੀ ਹੈ, 1 ਵਾਰੀ ਰਾਤ ਨੂੰ, ਜਾਂ ਇਹਦਾ ਇੱਕ ਆਲਟਰਨੇਟਿਵ ਹੈਗਾ ਆ ਆਟੋਮੇਟਿਡ ਪੈਰੀਟੋਨੀਅਲ ਡਾਇਲਿਸਿਸ। ਆਟੋਮੇਟਿਡ ਪੈਰੀਟੋਨੀਅਲ ਡਾਇਲਿਸਿਸ ਦਾ ਮਤਲਬ ਆ ਕਿ ਇੱਕ ਮਸ਼ੀਨ ਪੇਸ਼ੈਂਟ ਆਪਣੇ ਪੈਰੀਟੋਨੀਅਲ ਕੈਥੇਟਰ ਦੇ ਨਾਲ ਕਨੈਕਟ ਕਰਦਾ ਹੈ। ਰਾਤ ਨੂੰ ਮਸ਼ੀਨ ਆਟੋਮੈਟਿਕਲੀ ਫਲੂਇਡ ਐਕਸਚੇਂਜ ਕਰ ਲੈਂਦੀ ਆ। ਸਵੇਰੇ ਉੱਠ ਕੇ ਪੇਸ਼ੈਂਟ ਆਪਣਾ ਮਸ਼ੀਨ ਤੋਂ ਡਿਸਕਨੈਕਟ ਹੋ ਕੇ ਪੂਰਾ ਦਿਨ ਆਪਣੇ ਨਾਰਮਲ ਰੂਟੀਨ ਫੋਲੋ ਕਰ ਸਕਦਾ। ਅਗਲਾ ਸਵਾਲ ਜਿਹੜਾ ਅਕਸਰ ਪੇਸ਼ੈਂਟ ਤੇ ਉਹਨਾਂ ਦੀ ਫੈਮਿਲੀ ਦੇ ਦਿਮਾਗ 'ਚ ਆਉਂਦਾ ਹੈ ਕਿ ਡਾਇਲਿਸਿਸ ਪੇਨਫੁਲ ਹੈ, ਕੀ ਡਾਇਲਿਸਿਸ ਦੇ ਦੌਰਾਨ ਮਰੀਜ਼ ਨੂੰ ਕੋਈ ਦਰਦ ਜਾਂ ਤਕਲੀਫ ਹੁੰਦੇ ਹਨ। ਡਾਇਲਿਸਿਸ ਆਪਣੇ ਆਪ ਵਿੱਚ ਇੱਕ ਪੇਨਫੁਲ ਪ੍ਰੋਸੀਜਰ ਨਹੀਂ ਹੈਗਾ। ਪੈਰੀਟੋਨੀਅਲ ਡਾਇਲਿਸਿਸ 'ਚ ਵੀ ਸਿਰਫ ਕੈਥੇਟਰ ਇੰਸਰਸ਼ਨ ਦੇ ਦੌਰਾਨ ਜੋ ਇੱਕ ਛੋਟੀ ਸਰਜਰੀ ਦੀ ਪੇਨ ਹੁੰਦੀ ਆ ਉਨੀ ਕੀ ਹੁੰਦੀ ਆ, ਤੇ ਹੀਮੋਡਾਇਲਿਸਿਸ ਦੇ ਵਿੱਚ ਵੀ ਸੂਈ ਲਗਾਉਣ ਲੱਗੇ ਜਾਂ ਕੱਢਣ ਲੱਗੇ ਪੇਸ਼ੈਂਟ ਨੂੰ ਹਲਕੀ ਜਿਹੀ ਦਰਦ ਹੁੰਦੀ ਹੈ। ਜਿਨ੍ਹਾਂ ਪੇਸ਼ੈਂਟਸ ਦੇ ਆਲਰੇਡੀ ਤੋਂ ਕੈਥੇਟਰ ਹੈਗਾ ਹੈ ਉਹਨਾਂ ਨੂੰ ਉਨੀ ਵੀ ਤਕਲੀਫ ਨਹੀਂ ਹੁੰਦੀ ਹੈਗੀ। ਇਹ ਦਰਦ ਬਹੁਤਾ ਸਹਿਣ ਤੋਂ ਬਾਹਰ ਨਹੀਂ ਹੁੰਦਾ ਤੇ ਕਾਫੀ ਪੇਸ਼ੈਂਟ ਈਜ਼ੀਲੀ ਇਹਨੂੰ ਅਡੈਪਟ ਕਰ ਲੈਂਦੇ ਆ। ਡਾਇਲਿਸਿਸ ਦੇ ਦੌਰਾਨ ਕੋਈ ਛੋਟੀ ਮੋਟੀ ਪ੍ਰੋਬਲਮ ਜਿੱਦਾਂ ਸਿਰ ਦਰਦ ਹੋਣਾ, ਕਿਸੇ ਨੂੰ ਉਲਟੀ ਦਾ ਮਨ ਕਰਨਾ, ਕਿਸੇ ਦਾ BP ਲੋ ਹੋਣਾ, BP ਵਧਣਾ, ਕੁਝ ਏਦਾਂ ਦੀਆਂ ਰੂਟੀਨ ਕੰਪਲਿਕੇਸ਼ਨਸ ਬਣਦੀਆਂ। ਪਰ ਜੇ ਤੁਸੀਂ ਤੁਹਾਡਾ ਟ੍ਰੀਟਮੈਂਟ ਇੱਕ ਅੱਛੇ ਡਾਇਲਿਸਿਸ ਸੈਂਟਰ ਤੇ ਹੋ ਰਿਹਾ, ਉੱਥੇ ਦੇ ਵੈਲ ਟ੍ਰੇਨਡ ਟੈਕਨੀਸ਼ੀਅਨਸ ਯੂਜੂਅਲੀ ਇਹਨੂੰ ਈਜ਼ੀਲੀ ਮੈਨੇਜ ਕਰ ਲੈਂਦੇ। ਸੋ ਸਭ ਤੋਂ ਜ਼ਰੂਰੀ ਸਵਾਲ ਇਹ ਹੈ ਕਿ ਲੋਕੀ ਡਾਇਲਿਸਿਸ ਤੋਂ ਡਰਦੇ ਕਿਉਂ ਆ। ਡਾਇਲਿਸਿਸ ਦਾ ਨਾਮ ਸੁਣ ਕੇ ਪੇਸ਼ੈਂਟ ਦੀ ਟੈਨਸ਼ਨ ਹੋਰ ਵੱਧ ਜਾਂਦੀ। ਪੇਸ਼ੈਂਟ ਨੂੰ ਪਤਾ ਵੀ ਆ ਕਿ ਮੇਰੇ ਲਈ ਇਹ ਚੀਜ਼ ਅੱਗੇ ਆ ਕੇ ਜ਼ਰੂਰੀ ਆ, ਪਰ ਫਿਰ ਵੀ ਉਹਨੂੰ ਐਕਸੈਪਟ ਨਹੀਂ ਕਰਦਾ। ਉਹ ਇਸ ਲਈ ਕਿਉਂਕਿ ਸਾਡੇ ਸਮਾਜ ਦੇ ਵਿੱਚ, ਸਾਡੇ ਕਲਚਰ ਦੇ ਵਿੱਚ ਇਸ ਬਾਰੇ ਅਵੇਅਰਨੈਸ ਨਹੀਂ ਹੈ। ਤੇ ਇਸ ਵੀਡੀਓ ਦਾ ਵੀ ਇੱਕ ਮੁੱਖ ਮਕਸਦ ਇਹ ਹੈ ਕਿ ਡਾਇਲਿਸਿਸ ਨਾਲ ਸੰਬੰਧਿਤ ਜੋ ਡਰ ਹੈ ਉਹਨੂੰ ਕੱਢਿਆ ਜਾਵੇ, ਤਾਂ ਕਿ ਜਿਹੜੇ ਲੋਕਾਂ ਨੂੰ ਇਹ ਟੈਕਨੋਲੋਜੀ ਅੱਛੇ ਤਰੀਕੇ ਨਾਲ ਫਾਇਦਾ ਕਰ ਸਕਦੀ ਹੈ ਉਹ ਟਾਈਮਲੀ ਇਸ ਟੈਕਨੋਲੋਜੀ ਨੂੰ ਅਪਣਾਉਣ। ਜ਼ਿਆਦਾਤਰ ਪੇਸ਼ੈਂਟਸ ਦਾ ਜੋ ਐਕਸਪੀਰੀਅੰਸ ਹੁੰਦਾ ਹੈ ਆਪਣੇ ਨੇੜੇ ਤੇੜੇ ਦੇ ਰਿਸ਼ਤੇਦਾਰਾਂ 'ਚ, ਆਪਣੇ ਗੁਆਂਢੀਆਂ 'ਚ, ਪੜੋਸ 'ਚ ਜਾਂ ਫਰੈਂਡ ਸਰਕਲ 'ਚ, ਕਿ ਡਾਇਲਿਸਿਸ ਵਾਲਾ ਬੰਦਾ ਤਾਂ ਠੀਕ ਨਹੀਂ ਹੁੰਦਾ, ਡਾਇਲਿਸਿਸ ਵਾਲਾ ਬੰਦਾ ਬਿਮਾਰ ਰਹਿੰਦਾ ਹੈ, ਡਾਇਲਿਸਿਸ ਵਾਲਾ ਬੰਦਾ ਬਚਦਾ ਨਹੀਂ ਹੈਗਾ, ਡਾਇਲਿਸਿਸ ਬਹੁਤ ਔਖਾ ਹੁੰਦਾ ਹੈ, ਡਾਇਲਿਸਿਸ ਬਹੁਤ ਮਹਿੰਗਾ ਹੁੰਦਾ ਹੈ, ਡਾਇਲਿਸਿਸ ਵਾਲਾ ਬੰਦਾ ਕੰਮ ਨਹੀਂ ਕਰ ਸਕਦਾ, ਡਾਇਲਿਸਿਸ ਵਾਲਾ ਬੰਦਾ ਆਪਣੀ ਰੂਟੀਨ ਲਾਈਫ ਦੇ ਹੋਰ ਐਸਪੈਕਟ ਜਿੱਦਾਂ ਕਿ ਸੋਸ਼ਲ ਲਾਈਫ, ਟਰੈਵਲ ਕਰਨਾ, ਉਹ ਨਹੀਂ ਕਰ ਸਕਦਾ। ਇਹ ਸਾਰੀਆਂ ਗਲਤ ਧਾਰਨਾਵਾਂ ਹਨ। ਇੱਕ ਅੱਛੇ ਤਰੀਕੇ ਨਾਲ ਮੈਨੇਜ ਕੀਤਾ ਗਿਆ ਪੇਸ਼ੈਂਟ, ਜਿਹਦੀ ਕਿ ਖੁਰਾਕ ਵੀ ਅੱਛੀ ਆ, ਜੋ ਆਪਣੀ ਰੈਗੂਲਰ ਫਿਜ਼ੀਕਲ ਐਕਸਰਸਾਈਜ਼ ਵੀ ਕਰਦਾ ਆ, ਆਪਣੀਆਂ ਦਵਾਈਆਂ ਟਾਈਮ ਤੇ ਲੈਂਦਾ ਤੇ ਆਪਣੀਆਂ ਬਾਕੀ ਬਿਮਾਰੀਆਂ ਜਿਵੇਂ ਕਿ ਸ਼ੂਗਰ, ਹਾਰਟ, ਬਲੱਡ ਪ੍ਰੈਸ਼ਰ ਨੂੰ ਜਾਂ ਲਿਵਰ ਦੀ ਪ੍ਰੋਬਲਮ ਨੂੰ ਜੇ ਅੱਛੇ ਤਰੀਕੇ ਦੇ ਨਾਲ ਕੰਟਰੋਲ ਰੱਖਦਾ ਹੈ ਤਾਂ ਪੇਸ਼ੈਂਟ ਦੀ ਕੁਆਲਿਟੀ ਆਫ ਲਾਈਫ ਨੂੰ ਕਾਫੀ ਬਿਹਤਰ ਬਣਾਇਆ ਜਾ ਸਕਦਾ ਹੈ। ਅੱਛੇ ਕੁਆਲਿਟੀ ਵਾਲੇ ਪੇਸ਼ੈਂਟ ਜਿਹੜੇ ਹੈਗੇ ਜਿਨ੍ਹਾਂ ਨੂੰ ਅੱਛੀ ਡਾਇਲਿਸਿਸ ਮਿਲਦੀ ਆ, ਉਹ ਆਪਣੇ ਲਾਈਫ ਦੇ ਆਲਮੋਸਟ ਸਾਰੇ ਐਸਪੈਕਟਸ ਨੂੰ ਉਦਾਂ ਹੀ ਇੰਜੋਏ ਕਰਦੇ ਆ ਜਿੱਦਾਂ ਅਸੀਂ ਤੇ ਤੁਸੀਂ ਇੰਜੋਏ ਕਰ ਸਕਦੇ ਹਾਂ। ਉਹ ਟਰੈਵਲ ਕਰ ਸਕਦੇ ਆ। ਜੇ ਲੌਂਗ ਡਿਸਟੈਂਸ ਜਾਂ ਲੌਂਗ ਟਾਈਮ ਟਰੈਵਲ ਕਰਨਾ ਤਾਂ ਇੱਕ ਚੀਜ਼ ਦਾ ਖਿਆਲ ਰੱਖਣਾ ਹੁੰਦਾ ਕਿ ਜਿਹੜੀ ਜਗ੍ਹਾ ਤੇ ਵੀ ਤੁਸੀਂ ਜਾਣਾ ਬੈਕਅਪ ਹੋਣਾ ਚਾਹੀਦਾ ਹੈ। ਡਾਇਟਰੀ ਪ੍ਰੀਕਾਸ਼ਨਸ ਵੀ ਥੋੜੇ ਜਿਹੇ ਹੁੰਦੇ ਆ, ਬਟ ਓਵਰ ਦਾ ਪੀਰੀਅਡ ਆਫ ਟਾਈਮ ਪੇਸ਼ੈਂਟ ਯੂਜ਼ ਟੂ ਹੋ ਜਾਂਦੇ ਆ, ਫੈਮਿਲੀ ਯੂਜ਼ ਟੂ ਹੋ ਜਾਂਦੀ ਆ, ਪੇਸ਼ੈਂਟ ਆਪਣੀਆਂ ਸਾਰੀਆਂ ਸੋਸ਼ਲ ਐਕਟੀਵਿਟੀਜ਼ ਅਟੈਂਡ ਕਰ ਸਕਦੇ ਆ ਤੇ ਪੇਸ਼ੈਂਟ ਆਪਣੀ ਵਰਕ ਲਾਈਫ ਵੀ ਈਜ਼ੀਲੀ ਇੰਜੋਏ ਕਰ ਸਕਦੇ ਆ। ਡਾਇਲਿਸਿਸ ਦੇ ਫਾਇਦੇ ਕੀ ਕੀ ਹੁੰਦੇ ਹਨ। ਡਾਇਲਿਸਿਸ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਸਰੀਰ ਵਿੱਚ ਯੂਰੀਆ ਦੀ ਜਿਹੜੀ ਵੱਧ ਮਾਤਰਾ ਆ ਉਹਨੂੰ ਕੰਟਰੋਲ ਦੇ ਵਿੱਚ ਰੱਖਦੀ ਆ, ਸਾਡੇ ਸਰੀਰ 'ਚ ਜਿਹੜਾ ਪਾਣੀ ਜਮਾ ਹੁੰਦਾ ਉਹਨੂੰ ਕੰਟਰੋਲ 'ਚ ਰੱਖਦੀ ਆ, ਜਿਹਦੇ ਕਰਕੇ ਪੇਸ਼ੈਂਟ ਨੂੰ ਭੁੱਖ ਠੀਕ ਲੱਗਦੀ ਆ, ਪੇਸ਼ੈਂਟ ਨੂੰ ਸਾਹ ਦੀ ਪ੍ਰੋਬਲਮ ਨਹੀਂ ਹੁੰਦੀ ਹੈਗੀ, ਪੇਸ਼ੈਂਟ ਦਾ ਹੀਮੋਗਲੋਬਿਨ ਅੱਛੇ ਤਰੀਕੇ ਨਾਲ ਮੇਨਟੇਨ ਰਹਿੰਦਾ ਆ, ਪੇਸ਼ੈਂਟ ਦੀ ਕਾਰਡੀਅਕ ਹੈਲਥ, ਪੇਸ਼ੈਂਟ ਦੀ ਸਿਹਤ ਦੀ, ਪੇਸ਼ੈਂਟ ਦੀ ਹਾਰਟ ਦੀ ਸਿਹਤ ਤੇ ਵੀ ਇਹਦਾ ਅੱਛਾ ਪ੍ਰਭਾਵ ਹੁੰਦਾ ਹੈ, ਪੇਸ਼ੈਂਟ ਨੂੰ ਨੀਂਦ ਅੱਛੀ ਆਉਂਦੀ ਆ,
ਪੇਸ਼ੈਂਟ ਦੀਆਂ ਹੱਡੀਆਂ ਤੇ ਮਾਸਪੇਸ਼ੀਆਂ ਦੇ ਵਿੱਚ ਤਾਕਤ ਰਹਿੰਦੀ ਹੈ। ਓਵਰਆਲ ਕੁੱਲ ਮਿਲਾ ਕੇ ਪੇਸ਼ੈਂਟ ਆਲਮੋਸਟ ਨਾਰਮਲ ਹੋ ਜਾਂਦੇ ਆ। ਕੀ ਡਾਇਲਿਸਿਸ ਦੇ ਕੁਝ ਨੁਕਸਾਨ ਵੀ ਹੁੰਦੇ ਹਨ? ਡਾਇਲਿਸਿਸ ਇੱਕ ਸੋਫਿਸਟੀਕੇਟਡ ਇੱਕ ਪੇਚੀਦਾ ਮੈਡੀਕਲ ਪ੍ਰੋਸੀਜਰ ਹੈ। ਇਹਨੂੰ ਸਹੀ ਤਰੀਕੇ ਨਾਲ ਕਰਨ ਨਾਲ, ਸਾਫ਼ ਤੇ ਸੁਰੱਖਿਅਤ ਤਰੀਕੇ ਨਾਲ ਕਰਨ ਨਾਲ ਸਾਨੂੰ ਨਿਸ਼ਚਿਤ ਹੀ ਇਹਦੇ ਫਾਇਦੇ ਹੁੰਦੇ ਹਨ, ਪਰ ਇਹਦੇ ਵਿੱਚ ਇਨਫੈਕਸ਼ਨ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਡਾਇਲਿਸਿਸ ਸੈਂਟਰ ਦੀ ਸਾਫ਼ ਸਫਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਪੇਸ਼ੈਂਟ ਨੂੰ ਆਪਣੀ ਪਰਸਨਲ ਹਾਈਜੀਨ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਡਾਕਟਰ ਦੀਆਂ ਇਨਸਟਰਕਸ਼ਨਸ ਨੂੰ ਕਲੋਜ਼ਲੀ ਫੋਲੋ ਕਰਨਾ ਚਾਹੀਦਾ ਹੈ। ਕੁਝ ਮਾਈਨਰ ਕੰਪਲਿਕੇਸ਼ਨਸ ਡਾਇਲਿਸਿਸ ਦੀਆਂ ਹੁੰਦੀਆਂ, ਜਿੱਦਾਂ ਕਿਸੇ ਨੂੰ ਹਲਕਾ ਸਿਰ ਦਰਦ ਹੋਣਾ, ਕਿਸੇ ਦਾ ਬੀਪੀ ਘਟਣਾ ਜਾਂ ਬੀਪੀ ਵਧਣਾ, ਕਿਸੇ ਨੂੰ ਹਲਕੀ ਘਬਰਾਹਟ ਹੋਣੀ, ਜਿਹੜੀਆਂ ਕਿ ਅਸੀਂ ਈਜ਼ੀਲੀ ਡਿਊਰਿੰਗ ਡਾਇਲਿਸਿਸ ਹੀ ਮੈਨੇਜ ਕਰ ਸਕਦੇ ਹਾਂ। ਯੂਜੂਅਲੀ ਡਾਇਲਿਸਿਸ ਦੇ ਦੌਰਾਨ ਕੋਈ ਲਾਈਫ ਥ੍ਰੈਟਨਿੰਗ ਕੰਪਲਿਕੇਸ਼ਨ ਨਹੀਂ ਹੁੰਦੀ, ਇਹਦਾ ਚਾਂਸ ਬਹੁਤ ਘੱਟ ਹੁੰਦਾ ਆ। ਜੇ ਤੁਸੀਂ ਇੱਕ ਅੱਛੇ ਸੈਂਟਰ ਤੇ ਹੈਗੇ ਤੇ ਵੈਲ ਟ੍ਰੇਨਡ ਟੈਕਨੀਸ਼ੀਅਨਸ ਤੁਹਾਨੂੰ ਅਟੈਂਡ ਕਰਦੇ ਪਏ ਆ, ਪਲੱਸ ਤੁਹਾਡਾ ਡਾਕਟਰ ਦੇ ਨਾਲ, ਆਪਣੇ ਕਿਡਨੀ ਸਪੈਸ਼ਲਿਸਟ ਦੇ ਨਾਲ ਰੈਗੂਲਰ ਸੰਪਰਕ ਹੈ। ਡਾਇਲਿਸਿਸ ਤੋਂ ਬਾਅਦ ਮਰੀਜ਼ ਨੂੰ ਕਿੱਦਾਂ ਲੱਗਦਾ ਹੈ? ਇਹ ਪੇਸ਼ੈਂਟ ਅਕਸਰ ਸਾਡੇ ਕੋਲ ਪੁੱਛਦੇ ਆ, ਜਿਨ੍ਹਾਂ ਨੇ ਨਵੀਂ ਡਾਇਲਿਸਿਸ ਸ਼ੁਰੂ ਕਰਨੀ ਹੁੰਦੀ ਹੈ ਕਿ ਡਾਇਲਿਸਿਸ ਤੋਂ ਬਾਅਦ ਕਮਜ਼ੋਰੀ ਬਹੁਤ ਆ ਜਾਂਦੀ ਹੈ। ਈਵਨ ਕਈ ਡਾਇਲਿਸਿਸ ਵਾਲੇ ਪੇਸ਼ੈਂਟ ਵੀ ਕੰਪਲੇਨ ਕਰਦੇ ਆ ਕਿ ਜੀ ਡਾਇਲਿਸਿਸ ਤੋਂ ਬਾਅਦ ਕਮਜ਼ੋਰੀ ਰਹਿੰਦੀ ਆ ਜਾਂ ਡਾਇਲਿਸਿਸ ਤੋਂ ਬਾਅਦ ਉਹਨਾਂ ਨੂੰ ਥਕਾਵਟ ਜ਼ਿਆਦਾ ਹੋ ਜਾਂਦੀ ਆ। ਕੁਝ ਪੇਸ਼ੈਂਟ ਇਹ ਵੀਕਨੈਸ ਮਹਿਸੂਸ ਕਰਦੇ ਹਨ, ਪਰ ਜ਼ਿਆਦਾਤਰ ਪੇਸ਼ੈਂਟ ਇਹ ਉਹ ਹੁੰਦੇ ਹਨ ਜਿਨ੍ਹਾਂ ਦੀ ਡਾਈਟ ਪ੍ਰੋਪਰ ਨਹੀਂ ਹੈਗੀ, ਜਿਹੜੇ ਆਪਣੀ ਫਿਜ਼ੀਕਲ ਐਕਟੀਵਿਟੀ ਪ੍ਰੋਪਰ ਨਹੀਂ ਕਰਦੇ, ਜਾਂ ਬਾਕੀ ਸਰੀਰ ਦੀਆਂ ਬਿਮਾਰੀਆਂ ਜਿੱਦਾਂ ਐਡਵਾਂਸਡ ਸ਼ੂਗਰ ਦੀਆਂ ਕੰਪਲਿਕੇਸ਼ਨਸ, ਹਾਰਟ ਦੀ ਪ੍ਰੋਬਲਮ ਕਰਕੇ ਥੋੜੇ ਜਿਹਾ ਕੰਪਰੋਮਾਈਜ਼ ਹੁੰਦੇ ਹਨ। 올ਡ ਏਜ ਵਾਲੇ ਪੇਸ਼ੈਂਟਸ ਵੀ ਥੋੜੀ ਜਿਹੀ ਵੀਕਨੈਸ ਜ਼ਿਆਦਾ ਮਹਿਸੂਸ ਹੁੰਦੀ ਹੈ। ਬਟ ਡਾਇਲਿਸਿਸ ਦੇ ਵਿੱਚ ਸਾਡੇ ਕੋਲ ਕੁਝ ਪੈਰਾਮੀਟਰਸ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਮੋਨੀਟਰ ਕਰਕੇ ਪੇਸ਼ੈਂਟ ਦੀ ਵੀਕਨੈਸ ਨੂੰ ਵੀ ਹੈਂਡਲ ਕਰ ਸਕਦੇ। ਇੱਕ ਡਾਇਲਿਸਿਸ ਵਾਲੇ ਪੇਸ਼ੈਂਟ ਦੀ ਜਿਹੜੀ ਪ੍ਰੋਟੀਨ ਰਿਕੁਆਇਰਮੈਂਟ ਹੈਗੀ ਆ, ਉਹ ਇੱਕ ਨਾਰਮਲ ਬੰਦੇ ਨਾਲੋਂ ਵੀ 20% ਵੱਧ ਹੈ। ਤੇ ਡਾਇਲਿਸਿਸ ਦਾ ਪੇਸ਼ੈਂਟ ਨੂੰ ਅਨਲਾਈਕ ਬਾਕੀ ਕਿਡਨੀ ਦੇ ਪੇਸ਼ੈਂਟ ਜਿਨ੍ਹਾਂ ਨੂੰ ਪ੍ਰੋਟੀਨ ਰਿਸਟ੍ਰਿਕਟ ਕਰਨ ਲਈ ਕਿਹਾ ਜਾਂਦਾ, ਡਾਇਲਿਸਿਸ ਵਾਲੇ ਪੇਸ਼ੈਂਟ ਨੂੰ ਪ੍ਰੋਟੀਨ ਦੀ ਮਾਤਰਾ ਪ੍ਰੋਪਰ ਲੈਣੀ ਚਾਹੀਦੀ ਹੈ। ਇਹਦੇ ਨਾਲ ਪੇਸ਼ੈਂਟ ਦੀਆਂ ਮਾਸਪੇਸ਼ੀਆਂ, ਹੱਡੀਆਂ 'ਚ ਤਾਕਤ ਰਹਿੰਦੀ ਹੈ, ਪੇਸ਼ੈਂਟ ਵੈਲਬੀਇੰਗ 'ਚ ਵੀ ਫਰਕ ਪੈਂਦਾ ਹੈ। ਇੱਕ ਕਾਮਨ ਕੁਐਸਚਨ ਜਿਹੜਾ ਸਾਡੇ ਕੋਲੋਂ ਪੁੱਛਿਆ ਜਾਂਦਾ ਹੈ ਕਿ ਕੀ ਡਾਇਲਿਸਿਸ ਬੰਦ ਕੀਤੀ ਜਾ ਸਕਦੀ ਹੈ? ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕੁਝ ਕੇਸਿਸ ਵਿੱਚ ਜਿੱਥੇ ਐਕਿਊਟ ਕਿਡਨੀ ਇੰਜਰੀ ਹੁੰਦੀ ਹੈ, ਜਿੱਥੇ ਡਾਇਲਿਸਿਸ ਟੈਂਪਰੇਰੀ ਕਿਡਨੀ ਫੇਲਿਅਰ ਕਰਕੇ ਸ਼ੁਰੂ ਕੀਤੀ ਗਈ, ਉੱਥੇ ਡਾਇਲਿਸਿਸ ਬੰਦ ਹੋ ਸਕਦੀ ਹੈ। ਫੋਰ ਐਗਜ਼ਾਮਪਲ, ਕਿਸੇ ਦੇ ਬਲੱਡ ਪ੍ਰੈਸ਼ਰ ਬਹੁਤ ਘਟ ਗਿਆ ਸੀਗਾ, ਇਨਫੈਕਸ਼ਨ ਵੱਧ ਗਈ ਸੀਗੀ, ਸੈਪਸਿਸ ਹੋ ਗਈ ਸੀਗੀ, ਕਿਡਨੀ ਨੂੰ ਖੂਨ ਦਾ ਦੌਰਾ ਘਟਿਆ, ਕਿਡਨੀ ਕਮਜ਼ੋਰ ਹੋ ਗਈ, ਪਰ ਜਿੱਦਾਂ ਹੀ ਪੇਸ਼ੈਂਟ ਦਾ ਸੈਪਸਿਸ ਕੰਟਰੋਲ ਹੋਇਆ, ਪੇਸ਼ੈਂਟ ਦਾ ਬੀਪੀ ਇੰਪਰੂਵ ਹੋਇਆ, ਕਿਡਨੀ ਰਿਕਵਰ ਕਰ ਜਾਂਦੀ। ਜਾਂ ਕਿਸੇ ਦੇ ਗੁਰਦੇ ਦੀਆਂ ਪੱਥਰੀਆਂ ਬਣ ਗਈਆਂ, ਦੋਨੋਂ ਗੁਰਦਿਆਂ 'ਚ ਪੱਥਰੀਆਂ ਫਸ ਗਈਆਂ, ਕ੍ਰੀਏਟਿਨਿਨ ਵੱਧ ਗਿਆ, ਜਿੱਦਾਂ ਹੀ ਅਸੀਂ ਪੱਥਰੀਆਂ ਨੂੰ ਕੱਢਿਆ ਤੇ ਪੇਸ਼ੈਂਟ ਦੀ ਕਿਡਨੀ ਰਿਕਵਰ ਕਰ ਜਾਂਦੀ। ਏਦਾਂ ਦੇ ਕੇਸਿਸ ਵਿੱਚ ਡਾਇਲਿਸਿਸ ਬੰਦ ਕੀਤੀ ਜਾ ਸਕਦੀ ਹੈ। ਪਰ ਜਿਹੜੇ ਐਂਡ ਸਟੇਜ ਰੀਨਲ ਡਿਜ਼ੀਜ਼ ਦੇ ਪੇਸ਼ੈਂਟ ਆ, ਜਿਨ੍ਹਾਂ ਨੂੰ ਅਸੀਂ CKD5 ਕਹਿੰਦੇ ਆ, ਉਹਨਾਂ ਦੀ ਡਾਇਲਿਸਿਸ ਬੰਦ ਹੋਣਾ ਮੁਸ਼ਕਿਲ ਆ। ਉਹਨਾਂ ਨੂੰ ਰੈਗੂਲਰ ਨਿਯਮਿਤ ਤਰੀਕੇ ਦੇ ਨਾਲ ਹੀ ਆਪਣੀ ਡਾਇਲਿਸਿਸ ਕਰਨੀ ਚਾਹੀਦੀ ਹੈ। ਡਾਇਲਿਸਿਸ ਤੋਂ ਸਾਨੂੰ ਮੈਕਸਿਮਮ ਬੈਨੀਫਿਟ, ਵੱਧ ਤੋਂ ਵੱਧ ਲਾਭ ਕਿੱਦਾਂ ਮਿਲ ਸਕਦਾ ਹੈ? ਡਾਇਲਿਸਿਸ ਲਈ ਤਿਆਰੀ ਐਕਚੁਅਲੀ ਪੇਸ਼ੈਂਟ ਨੂੰ ਡਾਇਲਿਸਿਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰ ਦੇਣੀ ਚਾਹੀਦੀ ਹੈ। ਇਹਦਾ ਮਤਲਬ ਇਹ ਹੈ ਕਿ ਪਹਿਲਾਂ ਤਾਂ ਪੇਸ਼ੈਂਟ ਦੇ ਮਨ ਵਿੱਚ ਇੱਕ ਮੈਂਟਲ ਬੈਰੀਅਰ ਹੁੰਦਾ ਹੈ, ਫੈਮਿਲੀ ਦੇ ਮਨ ਦੇ ਵਿੱਚ ਡਰ ਹੁੰਦਾ ਹੈ। ਪ੍ਰੋਪਰ ਕਾਉਂਸਲਿੰਗ ਤੇ ਐਜੂਕੇਸ਼ਨ ਦੇ ਥਰੂ ਅਸੀਂ ਉਹ ਡਰ ਨੂੰ ਖਤਮ ਕਰਨਾ ਆ। ਸੈਕੰਡਲੀ, ਅਸੀਂ ਪੇਸ਼ੈਂਟ ਨੂੰ ਆਪਸ਼ਨ ਦੇਈਦੇ ਆ ਕਿ ਤੁਹਾਡੇ ਕੋਲ ਹੀਮੋਡਾਇਲਿਸਿਸ ਦਾ ਆਪਸ਼ਨ ਹੈਗਾ ਹੈ, ਪੈਰੀਟੋਨੀਅਲ ਡਾਇਲਿਸਿਸ ਦਾ ਆਪਸ਼ਨ ਹੈਗਾ ਆ, ਟ੍ਰਾਂਸਪਲਾਂਟ ਦਾ ਆਪਸ਼ਨ ਹੈਗਾ ਆ, ਕੰਜ਼ਰਵੇਟਿਵ ਕਿਡਨੀ ਮੈਨੇਜਮੈਂਟ ਦਾ ਆਪਸ਼ਨ ਹੈਗਾ ਆ। ਫਿਰ ਪੇਸ਼ੈਂਟ ਆਪਣੇ ਸਰਕਮਸਟੈਂਸਸ ਤੇ ਆਪਣੇ ਰਿਸੋਰਸਿਸ ਦੇ ਹਿਸਾਬ ਨਾਲ ਤੇ ਆਪਣੀ ਚੋਇਸ ਦੇ ਹਿਸਾਬ ਨਾਲ ਸਿਲੈਕਟ ਕਰ। ਜਿਹੜੇ ਪੇਸ਼ੈਂਟਸ ਹੀਮੋਡਾਇਲਿਸਿਸ ਕਰਵਾਉਣਾ ਚਾਹੁੰਦੇ ਆ, ਉਹਨਾਂ ਨੂੰ ਅਸੀਂ ਸਲਾਹ ਦੇਈਦੀ ਆ ਕਿ ਤੁਸੀਂ ਡੱਬੀ ਬਣਵਾ ਲਓ। ਡੱਬੀ ਪੰਜਾਬੀ 'ਚ ਅਸੀਂ ਕਹਿੰਦੇ ਆ, ਅਦਰਵਾਈਜ਼ ਇੰਗਲਿਸ਼ 'ਚ ਅਸੀਂ ਇਹਨੂੰ ਏਵੀ ਫਿਸਟੂਲਾ ਕਹਿੰਦੇ ਆ। ਇੱਕ ਛੋਟੀ ਜਿਹੀ ਸਰਜਰੀ ਹੁੰਦੀ ਹੈ ਜਿਹੜੀ ਕਿ ਸਾਡੇ ਬਾਂਹ ਵਿੱਚ ਗੁੱਟ ਜਾਂ ਸਾਡੇ ਕੂਹਣੀ ਦੇ ਲੈਵਲ ਤੇ ਕੀਤੀ ਜਾਂਦੀ ਹੈ। ਦੋ ਖੂਨ ਦੀਆਂ ਨਾੜੀਆਂ ਨੂੰ ਜੋੜ ਕੇ ਇੱਕ ਸਰਕਟ ਤਿਆਰ ਕੀਤਾ ਜਾਂਦਾ ਹੈ। ਜੇ ਕਿਸੇ ਨੂੰ ਡਾਇਲਿਸਿਸ ਦੀ ਲੋੜ ਸਪੋਜ਼ ਦਸੰਬਰ 'ਚ ਪੈਂਦੀ ਆ, ਤਾਂ ਜੂਨ ਵਿੱਚ ਉਹਦਾ ਫਿਸਟੂਲਾ ਰੈਡੀ ਹੋ ਜਾਣਾ ਚਾਹੀਦਾ ਹੈ। ਪੇਸ਼ੈਂਟ ਜਿੱਦਾਂ ਕ੍ਰੀਏਟਿਨਿਨ ਵੱਧਦਾ ਹੈ, ਡਾਕਟਰ ਦੇ ਨਾਲ ਰੈਗੂਲਰ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ। ਐਟਲੀਸਟ ਮਹੀਨੇ ਦੇ ਇੱਕ ਵਾਰ ਡਾਕਟਰ ਨਾਲ ਮਿਲਣਾ ਚਾਹੀਦਾ ਹੈ, ਆਪਣੇ ਸਿੰਪਟਮਸ ਦਾ ਰਿਵਿਊ ਕਰਨਾ ਚਾਹੀਦਾ ਹੈ। ਤੇ ਜੇ ਉਹਨਾਂ ਦੇ ਡਾਕਟਰ ਨੂੰ ਲੱਗਦਾ ਹੈ ਕਿ ਹੁਣ ਯੂਰੀਮੀਆ ਯਾਨੀ ਕਿ ਵੱਧ ਯੂਰੀਆ ਦੇ ਲੱਛਣ ਆਣੇ ਸ਼ੁਰੂ ਹੋ ਗਏ ਹਨ, ਤਾਂ ਏਦਾਂ ਦੇ ਪੇਸ਼ੈਂਟਸ ਦੀ ਟਾਈਮਲੀ ਡਾਇਲਿਸਿਸ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਟਾਈਮਲੀ ਡਾਇਲਿਸਿਸ ਦਾ ਮਤਲਬ ਹੁੰਦਾ ਹੈ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਪੇਸ਼ੈਂਟ ਯੂਰੀਮੀਆ ਦੀਆਂ ਲਾਈਫ ਥ੍ਰੈਟਨਿੰਗ ਕੰਪਲਿਕੇਸ਼ਨਸ ਵਿੱਚ ਐਂਟਰ ਕਰੇ।
ਤੁਰਦਾ ਫਿਰਦਾ ਪੇਸ਼ੈਂਟ ਡਾਇਲਿਸਿਸ ਸ਼ੁਰੂ ਕਰੇ, ਪੇਸ਼ੈਂਟ ਦੀ ਨਿਊਟ੍ਰੀਸ਼ਨ ਹਰ ਸਟੈਪ ਤੇ ਸਾਡੇ ਲਈ ਜ਼ਰੂਰੀ ਆ। ਪੇਸ਼ੈਂਟ ਆਵੇ, ਆਪਣੇ ਸਿੰਪਟਮ ਦੱਸੇ, ਡਾਇਲਿਸਿਸ ਕਰਾਵੇ ਤੇ ਘਰ ਜਾਵੇ। ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਕਿ ਅਸੀਂ ਪੇਸ਼ੈਂਟ ਵਿੱਚ ਹਸਪੀਟਲਾਈਜੇਸ਼ਨ ਤੇ ਕੋਈ ਵੀ ਐਮਰਜੈਂਸੀ ਨੂੰ ਅਵੋਇਡ ਕਰੀਏ ਤਾਂ ਕਿ ਪੇਸ਼ੈਂਟ ਦੀ ਕੁਆਲਿਟੀ ਆਫ ਲਾਈਫ ਵੀ ਮੇਨਟੇਨ ਰਵੇ ਤੇ ਕਿਉਂਕਿ ਹਸਪੀਟਲਾਈਜੇਸ਼ਨ ਪ੍ਰੀਵੈਂਟ ਕਰਨਾ ਪੋਸੀਬਲ ਹੁੰਦਾ ਹੈ, ਇਸ ਲਈ ਪੇਸ਼ੈਂਟ ਦੇ ਇਲਾਜ ਤੇ ਹੋਣ ਵਾਲੇ ਖਰਚੇ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਨੈਕਸਟ ਕੁਐਸਚਨ ਹੈਗਾ ਆ ਕਿ ਕੀ ਏਦਾਂ ਦੇ ਪੇਸ਼ੈਂਟ ਵੀ ਹੁੰਦੇ ਹਨ ਜਿਨ੍ਹਾਂ ਨੂੰ ਡਾਇਲਿਸਿਸ ਦਾ ਲਾਭ ਨਹੀਂ ਹੁੰਦਾ। ਕੁਝ ਪੇਸ਼ੈਂਟ ਜਿਨ੍ਹਾਂ ਦੀ ਉਮਰ 80-85 ਸਾਲ ਤੋਂ ਉੱਪਰ ਹੁੰਦੀ ਆ ਜਾਂ ਕੁਝ ਪੇਸ਼ੈਂਟ ਜਿਨ੍ਹਾਂ ਦੀ ਆਲਰੇਡੀ ਹੀ ਕੁਆਲਿਟੀ ਆਫ ਲਾਈਫ ਖਰਾਬ ਹੈਗੀ ਆ। ਕੁਆਲਿਟੀ ਆਫ ਲਾਈਫ ਦਾ ਮਤਲਬ ਹੁੰਦਾ ਕਿ ਉਹ ਬੰਦਾ ਆਪਣੀ ਕੇਅਰ ਇੰਡੀਪੈਂਡੈਂਟਲੀ ਕਰ ਸਕਦਾ ਆ, ਨਹਾਣਾ ਧੋਣਾ, ਵਾਸ਼ਰੂਮ ਤੱਕ ਜਾਣਾ, ਰੋਟੀ ਪਾਣੀ, ਸੈਰ ਕਰਨੀ। ਕਈ ਵਾਰੀ ਬਾਕੀ ਅੰਗਾਂ ਦੀ ਐਡਵਾਂਸਡ ਇਨਵੋਲਵਮੈਂਟ ਕਰਕੇ, ਜਿੱਦਾਂ ਕਿਸੇ ਨੂੰ ਕੋਈ ਐਡਵਾਂਸਡ ਕੈਂਸਰ ਦੀ ਪ੍ਰੋਬਲਮ ਆ, ਕਿਸੇ ਦੀ ਹਾਰਟ ਦੀ ਕੰਡੀਸ਼ਨ ਬਹੁਤ ਖਰਾਬ ਆ, ਕਿਸੇ ਦੇ ਲਿਵਰ ਡਿਜ਼ੀਜ਼ ਐਡਵਾਂਸਡ ਆ ਜਾਂ ਡਿਮੈਂਸ਼ੀਆ ਦੇ ਕੁਝ ਪੇਸ਼ੈਂਟਸ ਆ, ਉਹਨਾਂ ਵਿੱਚ ਐਥੀਕਲੀ ਦੇਖਿਆ ਗਿਆ ਕਿ ਡਾਇਲਿਸਿਸ ਸ਼ੁਰੂ ਕਰਨ ਤੋਂ ਬਾਅਦ ਵੀ ਪੇਸ਼ੈਂਟ ਨੂੰ ਉਹਨਾਂ ਬੈਨੀਫਿਟ ਨਹੀਂ ਹੁੰਦਾ ਜਾਂ ਡਾਇਲਿਸਿਸ ਸ਼ੁਰੂ ਕਰਨ ਦੇ ਬਾਵਜੂਦ ਵੀ ਪੇਸ਼ੈਂਟ ਦੀ ਕੁਆਲਿਟੀ ਇੰਪਰੂਵ ਹੋਣ ਦੀ ਬਜਾਏ ਕੁਆਲਿਟੀ ਹੋਰ ਡਾਊਨ ਚਲੇਗੀ। ਏਦਾਂ ਦੇ ਕੇਸਿਸ ਵਿੱਚ ਫਿਰ ਅਸੀਂ ਪੇਸ਼ੈਂਟ ਨੂੰ ਖੇਚਲ ਦੇਣ ਦੀ ਬਜਾਏ ਕੁਦਰਤੀ ਤਰੀਕੇ ਨਾਲ ਜਿੱਥੋਂ ਤੱਕ ਹੋ ਸਕੇ ਦਵਾਈਆਂ ਦੇ ਨਾਲ ਤੇ ਖੁਰਾਕ ਦੇ ਪਰਹੇਜ਼ ਦੇ ਨਾਲ ਪੇਸ਼ੈਂਟ ਦੀ ਕੇਅਰ ਕਰੀਦੀ ਆ ਤਾਂ ਕਿ ਜਿੰਨਾ ਟਾਈਮ ਵੀ ਪੇਸ਼ੈਂਟ ਦਾ ਹੈਗਾ ਉਹ ਠੀਕ ਠਾਕ ਪੇਸ਼ੈਂਟ ਦਾ ਕੰਫਰਟੇਬਲੀ ਨਿਕਲੇ ਤਾਂ ਕਿ ਪੇਸ਼ੈਂਟ ਬਹੁਤਾ ਸਫਰ ਨਾ ਕਰੇ। ਇੱਕ ਹੋਰ ਜ਼ਰੂਰੀ ਸਵਾਲ ਖਾਸ ਕਰਕੇ ਇੰਡੀਅਨ ਸੈਟਅਪ ਦੇ ਵਿੱਚ, ਕਿਉਂਕਿ ਇੱਥੇ ਦਾ ਇਲਾਜ ਦਾ ਖਰਚਾ ਜ਼ਿਆਦਾਤਰ ਪੇਸ਼ੈਂਟ ਦੇ ਪਰਿਵਾਰ ਦੇ ਸਿਰ ਤੇ ਪੈਂਦਾ ਆ, ਕਿ ਡਾਇਲਿਸਿਸ ਦੀ ਕਾਸਟ ਕਿੰਨੀ ਹੁੰਦੀ ਆ। ਡਾਇਲਿਸਿਸ ਇੱਕ ਐਕਸਪੈਂਸਿਵ ਮੈਡੀਕਲ ਪ੍ਰੋਸੀਜਰ ਹੈਗਾ। ਅੱਛੀ ਡਾਇਲਿਸਿਸ ਅੱਛੇ ਸੈਂਟਰਸ ਤੇ ਡੈਫੀਨੇਟਲੀ ਮਹੀਨੇ ਵਿੱਚ 15 ਤੋਂ 20 ਹਜ਼ਾਰ ਦਾ ਖਰਚਾ ਹੈਗਾ ਤੇ ਸਿਡਨੀ ਪੇਸ਼ੈਂਟ ਦੀ ਆਲਮੋਸਟ ਲਾਈਫ ਲੌਂਗ ਟ੍ਰੀਟਮੈਂਟ ਹੁੰਦੀ ਹੈ। ਬਟ ਥੈਂਕਫੁਲੀ ਹੁਣ ਕੁਝ ਗਵਰਨਮੈਂਟ ਸਕੀਮਸ ਦੇ ਅਧੀਨ ਕਾਫੀ ਲੋਕਾਂ ਨੂੰ ਕਾਫੀ ਘੱਟ ਰੇਟ ਤੇ ਆਲਮੋਸਟ ਫ੍ਰੀ ਡਾਇਲਿਸਿਸ ਵੀ ਅਵੇਲੇਬਲ ਹੈਗੀ ਆ। ਇਹ ਇੱਕ ਬਹੁਤ ਅੱਛੀ ਗੱਲ ਆ ਤੇ ਲੋੜੀਂਦਾ ਪੇਸ਼ੈਂਟਸ ਨੂੰ ਇਹਨਾਂ ਸਕੀਮਸ ਬਾਰੇ ਪਤਾ ਕਰਨਾ ਚਾਹੀਦਾ ਆ ਤੇ ਇਹਨਾਂ ਸਕੀਮਸ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਇੱਕ ਵਰਕਿੰਗ ਬੰਦੇ ਲਈ ਡੈਫੀਨੇਟਲੀ ਜੇ ਉਹ ਅੱਛੀ ਡਾਇਲਿਸਿਸ ਲੈਂਦਾ ਉਹਦੀ ਕੁਆਲਿਟੀ ਆਫ ਲਾਈਫ ਮੇਨਟੇਨ ਰਹਿੰਦੀ ਹੈ ਤੇ ਉਹ ਆਪਣੇ ਪਰਿਵਾਰ ਲਈ ਆਪਣਾ ਜਿਹੜਾ ਜੌਬ ਉਹ ਕੰਟੀਨਿਊ ਕਰ ਸਕਦਾ ਹੈ। ਸੋ ਇੱਕ ਕਾਮਨ ਕੁਐਸਚਨ ਆ ਕਿ ਜੇ ਕੋਈ ਡਾਇਲਿਸਿਸ ਮਿਸ ਕਰਦਾ ਆ ਤਾਂ ਉਹਦੇ ਨਾਲ ਕੀ ਪ੍ਰੋਬਲਮ ਹੁੰਦੀ। ਹਰ ਇੱਕ ਪੇਸ਼ੈਂਟ ਡਿਫਰੈਂਟ ਹੁੰਦਾ ਹੈ, ਹਰ ਇੱਕ ਪੇਸ਼ੈਂਟ ਦੀ ਡਾਈਟ ਡਿਫਰੈਂਟ ਆ, ਉਹਦੀਆਂ ਦਵਾਈਆਂ ਡਿਫਰੈਂਟ ਆ, ਉਹਦੀਆਂ ਡਿਜ਼ੀਜ਼ਸ ਡਿਫਰੈਂਟ ਹੈਗੀਆਂ ਆ। ਐਗਜ਼ੈਕਟਲੀ ਇਹ ਪ੍ਰਿਡਿਕਟ ਕਰਨਾ ਬਹੁਤ ਮੁਸ਼ਕਿਲ ਹੁੰਦਾ ਕਿ ਜੇ ਪੇਸ਼ੈਂਟ ਕੋਈ ਡਾਇਲਿਸਿਸ ਮਿਸ ਕਰੇ ਤਾਂ ਉਹਨੂੰ ਕੀ ਪ੍ਰੋਬਲਮ ਹੁੰਦੀ ਆ। ਬਟ ਕੁਝ ਕਾਮਨ ਪ੍ਰੋਬਲਮਸ ਜਿਵੇਂ ਕਿ ਪੋਟੈਸ਼ੀਅਮ ਵਧਣ ਦੇ ਨਾਲ ਪੇਸ਼ੈਂਟ ਨੂੰ ਸਾਹ ਚੜਨ ਦੀ ਪ੍ਰੋਬਲਮ ਹੋ ਸਕਦੀ ਆ, ਘਬਰਾਹਟ ਹੋ ਸਕਦੀ ਆ, ਪੇਸ਼ੈਂਟ ਦੀ ਪਲਸ ਰੇਟ ਘਟ ਜਾਂਦੀ ਹੈ ਤੇ ਕਈ ਵਾਰੀ ਸਡਨ ਡੈਥ ਵੀ ਹੋ ਸਕਦੀ ਹੈ। ਫੇਫੜਿਆਂ 'ਚ ਪਾਣੀ ਭਰਨ ਦੇ ਨਾਲ ਪੇਸ਼ੈਂਟ ਨੂੰ ਸਾਹ ਦੀ ਤਕਲੀਫ ਹੋ ਸਕਦੀ ਆ, ਰਾਤ ਨੂੰ ਖਾਂਸੀ ਹੋਣਾ, ਰਾਤ ਨੂੰ ਸਿੱਧੇ ਲੰਮੇ ਨਾ ਪੈ ਪਾਣਾ, ਇਹ ਪ੍ਰੋਬਲਮ ਹੋ ਸਕਦੀ ਆ। ਇਰੈਗੂਲਰ ਡਾਇਲਿਸਿਸ ਸ਼ਡਿਊਲ ਦੇ ਨਾਲ ਪੇਸ਼ੈਂਟ ਦਾ ਹੀਮੋਗਲੋਬਿਨ ਮੇਨਟੇਨ ਨਹੀਂ ਰਹਿੰਦਾ, ਪੇਸ਼ੈਂਟ ਦੀ ਨਿਊਟ੍ਰੀਸ਼ਨ ਤੇ ਅਸਰ ਪੈਂਦਾ ਹੈ ਜਿਹਦੇ ਕਰਕੇ ਪੇਸ਼ੈਂਟ ਦੇ ਇਨਫੈਕਸ਼ਨ ਦੇ ਚਾਂਸ ਕਾਫੀ ਵੱਧ ਜਾਂਦੇ ਤੇ ਲੌਂਗ ਟਰਮ ਜਾ ਕੇ ਇਹ ਪੇਸ਼ੈਂਟ ਹੋਰ ਕੰਪਲਿਕੇਸ਼ਨਸ ਕਰਕੇ ਡਾਊਨ ਚਲੇ ਜਾਂਦੇ। ਇਸ ਲਈ ਇਹੀ ਹਦਾਇਤ ਦਿੱਤੀ ਜਾਂਦੀ ਆ ਕਿ ਡਾਇਲਿਸਿਸ ਪ੍ਰੋਸੈਸ ਪੇਸ਼ੈਂਟ ਨੂੰ ਰੈਗੂਲਰ ਬੇਸਿਸ ਤੇ ਹੀ ਕਰਵਾਉਣਾ ਚਾਹੀਦਾ ਹੈ। ਜ਼ਿਆਦਾਤਰ ਪੇਸ਼ੈਂਟ ਜਦੋਂ ਡਾਇਲਿਸਿਸ ਸ਼ੁਰੂ ਕਰਦੇ ਆ ਉਦੋਂ ਕਿਡਨੀ 5 ਤੋਂ 7% ਤੱਕ ਕੰਮ ਕਰ ਰਹੀ ਹੁੰਦੀ ਹੈ। ਕੁਝ ਪੇਸ਼ੈਂਟਸ ਜਿਨ੍ਹਾਂ ਨੂੰ ਡਾਇਲਿਸਿਸ ਦੀ ਸ਼ੁਰੂਆਤ ਤੇ ਵੀ ਪਿਸ਼ਾਬ ਚੰਗਾ ਆਉਂਦਾ ਹੈ, ਉਹ ਕਈ ਵਾਰੀ ਇਨੀਸ਼ੀਅਲੀ ਹਫਤੇ 'ਚ ਇੱਕ ਵਾਰੀ ਡਾਇਲਿਸਿਸ ਦੇ ਨਾਲ ਵੀ ਕੁਝ ਟਾਈਮ ਠੀਕ ਠਾਕ ਕਰ ਲੈਂਦੇ ਹਨ। ਉਸ ਤੋਂ ਬਾਅਦ ਔਨ ਐਨ ਐਵਰੇਜ ਕਾਫੀ ਪੇਸ਼ੈਂਟ ਹਫਤੇ 'ਚ 2 ਵਾਰੀ ਡਾਇਲਿਸਿਸ ਕਰਾਉਂਦੇ ਆ, ਪਰ ਫੁੱਲ ਡੋਜ਼ ਆਫ ਡਾਇਲਿਸਿਸ ਹਫਤੇ 'ਚ 3 ਵਾਰ ਦੀ ਡਾਇਲਿਸਿਸ ਆ। ਇੱਕ ਡਾਇਲਿਸਿਸ ਦਾ ਸੈਸ਼ਨ 4 ਘੰਟੇ ਲਈ ਹੁੰਦਾ ਹੈ। 3 ਵਾਰ ਵਾਲੇ ਪੇਸ਼ੈਂਟਸ ਦੀ ਮੈਡੀਸਿਨਸ ਥੋੜੀਆਂ ਘਟ ਜਾਂਦੀਆਂ, ਬੀਪੀ ਦੀਆਂ ਮੈਡੀਸਿਨਸ ਘਟ ਜਾਂਦੀਆਂ, ਹਾਰਟ ਦੀ ਕੰਡੀਸ਼ਨ ਬੈਟਰ ਹੁੰਦੀ। ਇਸ ਲਈ ਜਿਹੜੀ ਡਾਇਲਿਸਿਸ ਦੀ ਰਿਕੁਆਇਰਮੈਂਟ ਹੈ ਆਈਡੀਅਲੀ ਤੁਹਾਡਾ ਨੈਫਰੋਲੋਜਿਸਟ ਤੁਹਾਡੇ ਪੈਰਾਮੀਟਰਸ ਨੂੰ ਦੇਖ ਕੇ ਹੀ ਤੁਹਾਨੂੰ ਗਾਈਡ ਕਰ ਸਕਦਾ ਹੈ। ਅਗਲਾ ਕੁਐਸਚਨ ਆਉਂਦਾ ਹੈ ਕਿ ਡਾਇਲਿਸਿਸ ਵਾਲਾ ਪੇਸ਼ੈਂਟ ਕਿੰਨਾ ਸਰਵਾਈਵ ਕਰਦਾ ਹੈ, ਕਿੰਨਾ ਟਾਈਮ ਹੋਰ ਕੱਢ ਸਕਦਾ ਹੈ। ਅਗੇਨ ਦੇਖੋ ਜੀਣਾ ਮਰਨਾ ਪਰਮਾਤਮਾ ਦੇ ਹੱਥ ਵਿੱਚ ਆ। ਐਗਜ਼ੈਕਟਲੀ ਕਿਸੇ ਵੀ ਪੇਸ਼ੈਂਟ ਵਿੱਚ ਇਹ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ। ਡਾਇਲਿਸਿਸ ਵਾਲੇ ਪੇਸ਼ੈਂਟ 20-25 ਸਾਲ ਵੀ ਕੱਢ ਲੈਂਦੇ ਆ ਜੇ ਉਹ ਆਪਣੀ ਡਾਇਲਿਸਿਸ ਰੈਗੂਲਰ ਕਰਾਉਂਦੇ ਆ ਤੇ ਬਾਕੀ ਚੀਜ਼ਾਂ ਨੂੰ ਕੰਟਰੋਲ ਕਰਦੇ ਆ। ਜਿਹੜੇ ਲੋਕ ਇਰੈਗੂਲਰ ਡਾਇਲਿਸਿਸ ਕਰਾਉਂਦੇ ਆ ਕਈ ਵਾਰੀ 3 ਤੋਂ 5 ਸਾਲ ਵੀ ਕੱਢ ਲੈਂਦੇ ਆ। ਕਈ ਪੇਸ਼ੈਂਟਸ ਨੂੰ ਹਾਰਟ ਦੀ ਪ੍ਰੋਬਲਮ ਹੋਣ ਕਰਕੇ ਖੜੇ ਪੈਰ ਪ੍ਰੋਬਲਮ ਬਣ ਜਾਂਦੀ ਆ। ਕਈ ਪੇਸ਼ੈਂਟਸ ਕੋਈ ਵਿੱਚ ਹੀ ਕੋਈ ਇਨਫੈਕਸ਼ਨ ਹੋ ਗਿਆ ਉਹ ਚੋਂ ਕਵਰ ਨਹੀਂ ਕਰ ਪਾਉਂਦੇ।
ਦੇਖੋ ਅੱਜ ਦੀ ਡੇਟ ਵਿੱਚ ਕੋਈ ਵੀ ਪੇਸ਼ੈਂਟ ਕਿਡਨੀ ਫੇਲੀਅਰ ਨਾਲ ਨਹੀਂ ਮਰਦਾ ਜੇ ਉਹ ਪ੍ਰੋਪਰ ਡਾਇਲਿਸਿਸ ਲੈ ਰਿਹਾ। ਇਸ ਲਈ ਕਿਸੇ ਵੀ ਡਾਇਲਿਸਿਸ ਪੇਸ਼ੈਂਟ ਵਿੱਚ ਸਾਡਾ ਪੂਰਾ ਧਿਆਨ ਹੁੰਦਾ ਹੈ ਕਿ ਪੇਸ਼ੈਂਟ ਦੀ ਕਾਰਡੀਅਕ ਹੈਲਥ ਨੂੰ ਮੇਨਟੇਨ ਕਰੀਏ। ਜੇ ਪੇਸ਼ੈਂਟ ਬਿਲਕੁਲ ਠੀਕ ਵੀ ਹੈ ਫਿਰ ਵੀ ਸਾਲ ਦੇ ਵਿੱਚ ਇੱਕ ਵਾਰੀ ਉਹ ਆਪਣਾ ਇਕੋਕਾਰਡੀਓਗ੍ਰਾਫੀ ਕਰਾਵੇ, ਹਾਰਟ ਦੇ ਡਾਕਟਰ ਨੂੰ ਇੱਕ ਵਾਰੀ ਮਿਲੇ, ਆਪਣੀ ਈਸੀਜੀ ਕਰਾਵੇ, ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖੇ। ਇਨਫੈਕਟ ਜਦੋਂ ਡਾਇਲਿਸਿਸ ਨਹੀਂ ਸੀਗੀ ਉਦੋਂ ਕਿਡਨੀ ਦੇ ਪੇਸ਼ੈਂਟਸ ਲਈ ਹੋਰ ਕੋਈ ਆਪਸ਼ਨ ਨਹੀਂ ਹੁੰਦਾ ਸੀਗਾ। ਕਾਫੀ ਹੱਦ ਤੱਕ ਪੇਸ਼ੈਂਟ ਦੀਆਂ ਲਾਸਟ ਟਾਈਮ ਜਿਹੜਾ ਹੁੰਦਾ ਸੀਗਾ ਉਹ ਥੋੜਾ ਔਖਾ ਨਿਕਲਦਾ ਸੀਗਾ। ਅੱਜ ਦੀ ਡੇਟ ਵਿੱਚ ਅਸੀਂ ਕਹਿੰਦੇ ਆ ਕਿ ਜਿਹੜਾ ਡਾਇਲਿਸਿਸ ਉਹ ਸਾਡੀ ਲਾਈਫ ਦਾ ਬੋਨਸ ਆ। ਪੇਸ਼ੈਂਟ ਆਪਣੀਆਂ ਕਾਫੀ ਜ਼ਿੰਮੇਵਾਰੀਆਂ ਪੂਰੀਆਂ ਕਰ ਸਕਦੇ ਆ। ਡਾਇਲਿਸਿਸ ਟਾਈਮਲੀ ਜੇ ਸ਼ੁਰੂ ਹੁੰਦੀ ਹੈ, ਜੇ ਪੇਸ਼ੈਂਟ ਕੋ ਸੁਟੇਬਲ ਡੋਨਰ ਹੈਗਾ ਤਾਂ ਪੇਸ਼ੈਂਟ ਟ੍ਰਾਂਸਪਲਾਂਟ ਤੱਕ ਵੀ ਠੀਕ ਠਾਕ ਪਹੁੰਚ ਸਕਦਾ ਹੈ। ਅਗਲਾ ਕੁਐਸਚਨ ਹੈਗਾ ਆ ਕਿ ਡਾਇਲਿਸਿਸ ਵਾਲੇ ਮਰੀਜ਼ ਲਈ ਖੁਰਾਕ ਸੰਬੰਧੀ ਕੀ ਪਰਹੇਜ਼ ਹੁੰਦੇ ਹਨ। ਇੱਕ ਕਿਡਨੀ ਪੇਸ਼ੈਂਟ ਦੀ ਡਾਈਟ ਦੇ ਕੁਝ ਜ਼ਰੂਰੀ ਐਸਪੈਕਟ ਹੁੰਦੇ ਹਨ। ਫਰਸਟ ਐਂਡ ਫੋਰਮੋਸਟ ਹੈਗਾ ਹੈ ਕਿ ਪੇਸ਼ੈਂਟ ਪਾਣੀ ਕਿੰਨਾ ਲੈ ਸਕਦਾ ਹੈ। ਇਹ ਬਹੁਤ ਫ੍ਰੀਕੁਐਂਟਲੀ ਪੁੱਛਿਆ ਜਾਣ ਵਾਲਾ ਸਵਾਲ ਹੈਗਾ ਆ। ਇਹ ਵੀ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਹੈ ਕਿ ਪੇਸ਼ੈਂਟ ਨੂੰ ਆਪਣਾ ਪਿਸ਼ਾਬ ਕਿੰਨਾ ਆਉਂਦਾ ਹੈ, ਪੇਸ਼ੈਂਟ ਹਫਤੇ 'ਚ ਕਿੰਨੀ ਵਾਰੀ ਡਾਇਲਿਸਿਸ ਕਰਾਉਂਦਾ ਹੈ। ਰਫ ਫਾਰਮੂਲਾ ਹੈਗਾ ਕਿ 24 ਘੰਟੇ ਦੇ ਅੰਦਰ ਪੇਸ਼ੈਂਟ ਨੂੰ ਜਿੰਨਾ ਵੀ ਪਿਸ਼ਾਬ ਆਉਂਦਾ ਹੈ ਉਹਦੇ ਵਿੱਚ 500 ml ਜੋੜ ਕੇ ਆਪਣੀ ਤਰਲ ਪਦਾਰਥ ਦੀ ਮਾਤਰਾ ਉਹ ਲੈ ਸਕਦੇ ਹਨ। ਜਿਹੜੇ ਪੇਸ਼ੈਂਟਸ ਹਫਤੇ 'ਚ 3 ਵਾਰੀ ਡਾਇਲਿਸਿਸ ਕਰਾਉਂਦੇ ਆਲਮੋਸਟ ਨਾਰਮਲ ਪਾਣੀ ਦੀ ਮਾਤਰਾ ਜਾਂ ਤਰਲ ਪਦਾਰਥ ਦੀ ਮਾਤਰਾ ਲੈ ਸਕਦੇ ਹਨ। ਜਿਹੜੇ ਪੇਸ਼ੈਂਟਸ ਹਫਤੇ 'ਚ 2 ਵਾਰੀ ਡਾਇਲਿਸਿਸ ਕਰਵਾਉਂਦੇ ਆ ਉਹਨਾਂ ਨੂੰ ਥੋੜਾ ਜਿਹਾ ਰਿਸਟ੍ਰਿਕਸ਼ਨ ਰੱਖਣਾ ਹੁੰਦਾ ਹੈ। ਅਸੀਂ ਐਕਸਪੈਕਟ ਕਰਦੇ ਹਾਂ ਕਿ ਇੱਕ ਦਿਨ ਦੇ ਵਿੱਚ 1 ਕਿਲੋ ਪੇਸ਼ੈਂਟ ਦਾ weight gain ਹੋਵੇ ਤਾਂ ਕਿ ਡਾਇਲਿਸਿਸ ਤੱਕ ਪਹੁੰਚਣ ਦੇ ਸਮੇਂ ਪੇਸ਼ੈਂਟ ਦਾ 3 ਤੋਂ 4 ਕਿਲੋ ਤੱਕ ਹੀ ਵਜ਼ਨ ਵਧੇ। ਇੰਨਾ ਪਾਣੀ ਅਸੀਂ ਈਜ਼ੀਲੀ ਕਾਫੀ ਪੇਸ਼ੈਂਟਸ ਦੇ ਵਿੱਚ ਇੱਕ ਡਾਇਲਿਸਿਸ ਦੇ ਸੈਸ਼ਨ ਦੇ ਦੌਰਾਨ ਸਰੀਰ ਤੋਂ ਕੱਢ ਸਕਦੇ ਹਾਂ। ਦੂਜਾ ਆਉਂਦਾ ਹੈ ਨਮਕ। ਕਾਲਾ ਨਮਕ, ਸੈਂਦਾ ਨਮਕ ਅਵੋਇਡ ਕਰਨਾ ਹੈ ਕਿਉਂਕਿ ਇਹਦੇ ਵਿੱਚ ਪੋਟਾਸ਼ੀਅਮ ਹੁੰਦਾ ਹੈ ਜਿਹੜਾ ਕਿ ਕਿਡਨੀ ਦੇ ਪੇਸ਼ੈਂਟਸ ਲਈ ਕਾਫੀ ਹਾਨੀਕਾਰਕ ਹੋ ਸਕਦਾ ਹੈ। ਨਾਰਮਲ ਟਾਟਾ ਸਾਲਟ ਜਿਹੜਾ ਘਰਾਂ 'ਚ ਯੂਜ਼ ਹੁੰਦਾ ਹੈ ਦਾਲ ਸਬਜ਼ੀ ਨੂੰ ਬਣਾਉਣ ਲਈ, ਦਾਲ ਸਬਜ਼ੀ ਨੂੰ ਸਵਾਦ ਰੱਖਣ ਲਈ ਜਿੰਨਾ ਕੁ ਨਮਕ ਚਾਹੀਦਾ ਉਨਾ ਕੁ ਅਸੀਂ ਲੈ ਸਕਦੇ ਹਾਂ। ਜਿਨ੍ਹਾਂ ਚੀਜ਼ਾਂ 'ਚ ਨਮਕ ਦੀ ਮਾਤਰਾ ਵੱਧ ਹੈ ਜਿੱਦਾਂ ਅਚਾਰ, ਪਾਪੜ, ਚਟਨੀ, ਚਿਪਸ, ਨਮਕੀਨ, ਸਮੋਸੇ, ਪਕੌੜੇ, ਮੈਦੇ ਦੀਆਂ ਚੀਜ਼ਾਂ ਘੱਟ ਤੋਂ ਘੱਟ ਲੈਣੀਆਂ ਚਾਹੀਦੀਆਂ ਆ। ਫਲ ਫਰੂਟ ਜਿਵੇਂ ਕਿ ਸੇਬ, ਪਪੀਤਾ, ਨਾਸ਼ਪਾਤੀ, ਅਮਰੂਦ ਪੇਸ਼ੈਂਟ ਲੈ ਸਕਦੇ ਹਨ। ਜਿਨ੍ਹਾਂ ਫਲਾਂ 'ਚ ਪੋਟਾਸ਼ੀਅਮ ਦੀ ਮਾਤਰਾ ਵੱਧ ਆ ਜਿਵੇਂ ਕਿ ਅਨਾਰ, ਨਾਰੀਅਲ ਪਾਣੀ, ਕੇਲਾ, ਖਜੂਰਾਂ ਇਹ ਅਵੋਇਡ ਕਰਨੇ ਚਾਹੀਦੇ ਹਨ। ਡਰਾਈ ਫਰੂਟਸ ਵੀ ਲਿਮਿਟਿਡ ਮਾਤਰਾ ਦੇ ਵਿੱਚ ਹੀ ਲੈਣੇ ਚਾਹੀਦੇ ਹਨ। ਤੁਸੀਂ ਇੱਕ ਅੱਛੇ ਡਾਇਟੀਸ਼ੀਅਨ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹ ਤੁਹਾਨੂੰ ਫੂਡ ਐਕਸਚੇਂਜ ਲਿਸਟ ਦਾ ਮਤਲਬ ਹੁੰਦਾ ਕਿ ਜੇ ਮੈਂ ਇੱਕ ਐਪਲ ਦੀ ਬਜਾਏ ਅੱਧਾ ਬਨਾਨਾ ਲੈ ਲਵਾਂ, ਇੱਕ ਸੇਬ ਦੀ ਬਜਾਏ ਅੱਧਾ ਕੇਲਾ ਲੈ ਲਵਾਂ ਤਾਂ ਮੇਰਾ ਪੋਟਾਸ਼ੀਅਮ ਇਨਟੇਕ ਉਨਾ ਹੀ ਰਹੂਗਾ। ਫੂਡ ਐਕਸਚੇਂਜ ਦੇ ਥਰੂ ਅਸੀਂ ਡਾਈਟ ਦੇ ਵਿੱਚ ਵੈਰਾਈਟੀ ਰੱਖ ਸਕਦੇ ਹਾਂ। ਡਾਇਲਿਸਿਸ ਵਾਲੇ ਪੇਸ਼ੈਂਟ ਨੋਨ ਵੈਜੀਟੇਰੀਅਨ ਡਾਈਟ ਲੈ ਸਕਦੇ ਆ। ਡਾਇਲਿਸਿਸ ਵਾਲੇ ਪੇਸ਼ੈਂਟ ਡੇਰੀ ਪ੍ਰੋਡਕਟਸ ਲੈ ਸਕਦੇ ਹਨ। ਬਟ ਦੁੱਧ ਦੀ ਮਾਤਰਾ ਨੂੰ ਥੋੜਾ ਜਿਹਾ ਲਿਮਿਟਡ ਰੱਖਣਾ ਹੁੰਦਾ ਕਿਉਂਕਿ ਉਹਦੇ ਵਿੱਚ ਵਾਟਰ ਦੀ ਕੁਆਂਟੀਟੀ ਪੇਸ਼ੈਂਟ ਦੇ ਸਰੀਰ ਵਿੱਚ ਜ਼ਿਆਦਾ ਚਲੀ ਜਾਂਦੀ ਹੈ। ਪੇਸ਼ੈਂਟ ਬਾਹਰ ਟਰੈਵਲ ਕਰਨ ਲੱਗੇ ਕੋਸ਼ਿਸ਼ ਕਰਨੀ ਹੈ ਕਿ ਜਿਨ੍ਹਾਂ ਚੀਜ਼ਾਂ ਦਾ ਨਮਕ ਦੀ ਮਾਤਰਾ ਵੱਧਦਾ ਉਹ ਅਵੋਇਡ ਕਰਨ। ਅਦਰਵਾਈਜ਼ ਜੇ ਪੇਸ਼ੈਂਟ ਮੋਡਰੇਸ਼ਨ ਦੇ ਵਿੱਚ 100 ਤੋਂ 150 ਗ੍ਰਾਮ ਤੱਕ ਕਾਫੀ ਫਲ ਫਰੂਟ ਲੈ ਸਕਦੇ ਹਨ। ਬਟ ਅਗੇਨ ਜਿਹੜੀ ਇੱਕ ਚੀਜ਼ ਅਸੀਂ ਯਾਦ ਰੱਖਣੀ ਆ ਕਿ ਹਰ ਚੀਜ਼ ਨੂੰ ਅਸੀਂ ਲਿਮਿਟ ਦੇ ਅੰਦਰ ਹੀ ਲੈਣਾ। ਜੇ ਕੋਈ ਚੀਜ਼ ਸਵਾਦ ਆ ਤਾਂ ਉਹਨੂੰ ਤੁਸੀਂ 3-4 ਦਿਨ ਬਾਅਦ ਰਿਪੀਟ ਕਰ ਸਕਦੇ ਆ ਬਟ ਇੱਕੋ ਦਿਨ ਕਿਸੇ ਵੀ ਚੀਜ਼ ਦਾ ਵੱਧ ਮਾਤਰਾ ਦੇ ਵਿੱਚ ਸੇਵਨ ਨਾ ਕਰੋ। ਸਮੋਕਿੰਗ ਡੈਫੀਨੇਟਲੀ ਅਵੋਇਡ ਕਰਨੀ ਚਾਹੀਦੀ ਆ। ਕੁਝ ਪੇਸ਼ੈਂਟਸ ਐਲਕੋਹਲ ਲੈਂਦੇ ਹਨ ਉਹਨਾਂ ਨੂੰ ਵੀ ਆਈਡੀਅਲੀ ਐਲਕੋਹਲ ਅਵੋਇਡ ਕਰਨੀ ਚਾਹੀਦੀ ਆ। ਪਰ ਫਿਰ ਵੀ ਜੇ ਕਿਸੇ ਸੋਸ਼ਲ ਇਵੈਂਟ ਤੇ ਲਿਮਿਟਡ ਅਮਾਉਂਟ ਵਿੱਚ 1 ਜਾਂ 2 ਡਰਿੰਕ ਲੈਣਾ ਚਾਹੁੰਦੇ ਆ ਤਾਂ ਆਪਣੀ ਲਿਕੁਇਡ ਇਨਟੇਕ ਦੀ ਮਾਤਰਾ ਦੇ ਅੰਦਰ ਹੀ ਉਹ ਕੰਜ਼ਿਊਮ ਕਰ ਸਕਦੇ ਹਨ। ਸੋ ਅਸੀਂ ਕਾਫੀ ਸਾਰੇ ਪਹਿਲੂ ਡਿਸਕਸ ਕੀਤੇ ਹਨ ਇਸ ਚਰਚਾ ਦੇ ਵਿੱਚ। ਸਾਡੀ ਪੂਰੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਕਿਡਨੀ ਵਾਲੇ ਪੇਸ਼ੈਂਟਸ ਦੀ ਲਾਈਫ ਨੂੰ ਜਿੰਨਾ ਸਿੰਪਲ ਤੇ ਈਜ਼ੀ ਹੋ ਸਕੇ ਉਹਨਾਂ ਬਣਾਈਏ ਕਿਉਂਕਿ ਅਸੀਂ ਕਾਫੀ ਵਾਰੀ ਦੇਖਿਆ ਹੈ ਕਿ ਪੇਸ਼ੈਂਟਸ ਤੇ ਉਹਨਾਂ ਦੀ ਫੈਮਿਲੀ ਕਿਡਨੀ ਦੀ ਬਿਮਾਰੀ ਦਾ ਨਾਮ ਸੁਣ ਕੇ ਹੀ ਡਰ ਜਾਂਦੇ ਆ। ਉਹ ਇੱਕ ਤਰ੍ਹਾਂ ਡੈਥ ਤੋਂ ਪਹਿਲਾਂ ਹੀ ਇੰਨਾ ਫੀਅਰ ਉਹਨਾਂ ਦੇ ਅੰਦਰ ਹੋ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਡਿਪਰੈਸ਼ਨ ਵਿੱਚ ਲੈ ਆਉਂਦੇ ਹਨ। ਫਿਰ ਹੌਲੀ ਹੌਲੀ ਜੋ ਉਹਨਾਂ ਨੂੰ ਅੱਛੀ ਗਾਈਡੈਂਸ ਮਿਲਦੀ ਆ ਉਹ ਸਿੱਖ ਜਾਂਦੇ ਆ ਇਸ ਦੇ ਨਾਲ ਜੀਣਾ। ਕਾਫੀ ਪਰਿਵਾਰ ਹੈਗੇ ਆ ਜਿਹੜੇ ਕਿ ਇਸ ਟੈਕਨੀਕ ਦਾ ਅੱਛੇ ਤਰੀਕੇ ਨਾਲ ਫਾਇਦਾ ਲੈ ਰਹੇ ਹਨ ਤੇ ਇਸ ਟੈਕਨੀਕ ਨੂੰ ਪ੍ਰੋਪਰ ਗਾਈਡੈਂਸ ਦੇ ਨਾਲ ਜੇ ਅਸੀਂ ਫੋਲੋ ਕਰਦੇ ਹਾਂ ਤਾਂ ਡੈਫੀਨੇਟਲੀ ਪੇਸ਼ੈਂਟ ਤੇ ਫੈਮਿਲੀ ਸਾਰਿਆਂ ਲਈ ਫਾਇਦੇਮੰਦ ਹੈ। ਥੈਂਕ ਯੂ ਸੋ ਮਚ।